सत श्री अकाल न्यूज़ 18 पंजाब ते मैं हां तुहाडे नाल रजिंदर कौर। होर बुलेटिन सब तो पहला गल करांगे अंदोलन विच डटे किसानां दी। दिल्ली एनसीआर च अज सवेर तो बारिश हो रही। इस विचाले किसानां दा अंदोलन जारी अते किसानां दे अंदोलन दा अज 39वां दिन है। कल होण वाली मीटिंग ते इस विचाले निगाहां टिकियां होईयां ने। सरकार नाल कल 7वें गेट दी गलबात होनी है, लेकिन मीटिंग तो पहला ही किसानां ने अपने तिखे तेवर दिखा दिते ने। गल ना बढ़ी तो आंदोलन करांगे साफ कह दिता है किसानां ने। 6 तो 26 जनवरी तक दे प्रोग्रामां दा भी ऐलान कर दिता है। कल प्रेस कॉन्फ्रेंस की किसानां ने अते 6 तो 26 जनवरी तक दे प्रोग्रामां दा की कुछ रणनीति रहेगी, की कुछ एक्शन प्लान रहेगा, इसका ऐलान कल ही कर दिता गया। हालांकि कल 7वें गेट की मीटिंग होनी है केंद्र सरकार के नाल, लेकिन उस तो पहला ही किसानां ने अपना प्रोग्राम, अपना एक्शन प्लान जड़ा है वो दस दिता है। कल 7वें गेट की मीटिंग होनी है केंद्र सरकार के नाल। खेती कानूनों खिलाफ लगातार किसान दिल्ली और सिंघू बॉर्डर से डटे हुए हैं। उधर गाजीपुर बॉर्डर उत्तर प्रदेश दिल्ली के नाल लगता इलाका, उत्थे भी किसान डटे हुए हैं। लेकिन हुण जदों अल्टीमेटम दिता, मंगा ना मनिया तो संघर्ष तिखा किया जाएगा। तो दिल्ली नूं घेरन दी होर मजबूती नाल घेरन दी तैयारी 6 जनवरी तो 26 जनवरी तक अगले प्रोग्रामां दा ऐलान कर दिता। कल जदों प्रेस कॉन्फ्रेंस की किसान आगुआ ने ਸਾਡੇ ਨਾਲ ਬਲਵੀਰ ਸਿੰਘ ਰਾਜੇਵਾਲ ਸਾਹਿਬ 4 ਤਰੀਕ ਦੀ ਮੀਟਿੰਗ ਹੈ, ਪਰ ਉਸ ਤੋਂ ਪਹਿਲਾਂ ਰਣਨੀਤੀ ਬਣਾਉਣ ਦਾ ਕੰਮ ਵੀ ਤੇਜ਼ ਹੋ ਗਿਆ। ਤੁਸੀਂ ਅੱਗੇ ਦੀ ਰੂਪਰੇਖਾ ਵੀ ਜਿਹੜੀ ਹੈ ਉਲੀਕੀ ਹੈ। ਪਹਿਲਾ ਸਵਾਲ ਤੇ ਇਹੀ ਕਿ 4 ਤਰੀਕ ਦੀ ਮੀਟਿੰਗ ਦੇ ਵਿੱਚੋਂ ਕੀ ਲੱਗਦਾ ਤੁਹਾਨੂੰ ਕੋਈ ਪੋਜ਼ਿਟਿਵ, ਕੋਈ ਹਾਂ ਪੱਖੀ ਸੁਨੇਹਾ ਮਿਲ ਸਕਦਾ? नहीं, हाले कुछ नहीं कह सकते। एक्चुअली इस सरकार का पता नहीं लगता, ये कोई क्रेडिबिलिटी तो बहुती है नहीं। ये तो जो कुछ निकलेगा उदों कुछ दस सकांगे। फिलहाल कोई उम्मीद नहीं। इस करके असीं अपना जिहड़ा अंदोलन है ਉਹਦੀ ਰੂਪਰੇਖਾ ਅਸੀਂ ਰਿਵਿਊ ਕਰਦੇ ਰਹਿੰਦੇ ਹਾਂ, ਅਗਲਾ ਪ੍ਰੋਗਰਾਮ ਦੱਸਦੇ ਰਹਿੰਦੇ ਹਾਂ, ਜੋ ਫੈਸਲਾ ਹੁੰਦਾ ਤੁਹਾਡੇ ਤੋਂ ਤੁਸੀਂ ਪਹੁੰਚਾਉਂਦੇ ਰਹਿੰਦੇ ਹਾਂ। ਤਾਂ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਹੋਰ ਕਿਸ ਤਰ੍ਹਾਂ ਦੇ ਜਿਹੜੇ ਲੱਗਦਾ ਕਿ 6 ਤਰੀਕ ਨੂੰ ਵੀ ਇੱਕ ਤੁਸੀਂ ਐਲਾਨ ਕੀਤਾ ਹੈ, ਵੱਖ-ਵੱਖ ਜਿਹੜੀ ਰਣਨੀਤੀ ਤਿਆਰ ਕੀਤੀ ਗਈ ਹੈ, ਉਹਦੇ ਤੇ ਮੁੱਖ ਬਿੰਦੂ ਜਿਹੜੇ ਨੇ ਉਹ ਕੀ ਰਹਿਣ ਵਾਲੇ ਨੇ? ਦੇਖੋ 6 ਤਰੀਕ ਤੋਂ ਅਸੀਂ ਇੱਕ ਪੰਦਰਵਾੜਾ ਜਿਹਦੇ ਵਿੱਚ ਅਸੀਂ ਜਿੰਨੇ ਇਤਿਹਾਸਕ ਦਿਨ ਨੇ ਉਹਨਾਂ ਤੇ ਹਰ ਰੋਜ਼ ਅਸੀਂ ਕੁਛ ਨਾ ਕੁਛ ਅਸੀਂ ਕਰਦੇ ਰਹਾਂਗੇ, ਤਾਂ ਕਿ ਔਰ ਇਸੇ ਤਰ੍ਹਾਂ ਫੀਲਡ ਵਿੱਚ ਅਸੀਂ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਐਂਗੇਜ ਕਰਕੇ ਰੱਖਾਂਗੇ। ਅਖੀਰ 'ਚ 26 ਤਾਰੀਖ ਤੱਕ ਦਾ ਪ੍ਰੋਗਰਾਮ ਅਸੀਂ ਫਿਲਹਾਲ ਉਲੀਕਿਆ ਤੇ 26 ਦਾ ਸਾਡਾ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਦਾ ਪ੍ਰੋਗਰਾਮ ਹੈ। ਰਾਜਲ ਜੀ, ਇਸ ਅੰਦੋਲਨ ਦੀ ਖਾਸੀਅਤ ਇਹਦੀ ਸ਼ਾਂਤੀ ਔਰ ਪੀਸ ਦੇ ਨਾਲ ਜਿਹੜਾ ਇਹ ਚੱਲ ਰਿਹਾ ਅੰਦੋਲਨ, ਉਹ ਇਸ ਦੀ ਸਭ ਤੋਂ ਵੱਡੀ ਕਾਮਯਾਬੀ ਦਾ ਕਹਿ ਸਕਦੇ ਕਿ ਕਾਰਨ ਹੈ। ਇਸ ਸ਼ਾਂਤੀ ਨੂੰ, ਇਸ ਅਮਨ ਅਮਾਨ ਨੂੰ ਬਣਾਇਆ ਰੱਖਿਆ ਜਾ ਸਕੇ, ਕਿਸ ਤਰ੍ਹਾਂ ਉਹਦੇ ਤੇ ਪੂਰੀ ਨਜ਼ਰਸਾਨੀ ਕੀਤੀ ਜਾ ਰਹੀ ਹੈ, ਔਰ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਅਣਸੁਖਾਵੀ ਘਟਨਾ ਜਿਹੜੀ ਉਹ ਨਾ ਵਾਪਰੇ, ਜਾਂ ਫਿਰ ਕਿਸੇ ਕਿਸਮ ਦੀ, ਜਿਸ ਤਰ੍ਹਾਂ ਲਗਾਤਾਰ ਤੁਸੀਂ ਵੀ ਖਾਸ਼ਾ ਜ਼ਾਹਰ ਕਰਦੇ ਰਹੇ ਹੋ ਕਿ ਕਿਸੇ ਕਿਸਮ ਦੀ ਕੋਈ ਸ਼ਰਾਰਤ ਹੈ ਜਿਹੜੀ ਉਹ ਨਾ ਕੀਤੀ ਜਾ ਸਕੇ? ਤੁਸੀਂ ਹਰ ਰੋਜ਼ ਦੇਖਦੇ ਹੋ, ਮੈਂ ਜਦੋਂ ਵੀ ਜਾਂਦਾ ਉੱਥੇ ਸਟੇਜ ਤੇ ਤਾਂ ਮੇਰਾ ਇੱਕ ਗੱਲ ਤੇ ਜ਼ੋਰ ਹੁੰਦਾ ਹੈ ਭਈ ਆਮ ਤੌਰ ਤੇ ਜੇ ਕੋਈ ਗੜਬੜ ਹੁੰਦੀ ਹੈ ਤਾਂ ਜੋਸ਼ ਤੇ ਹੋਸ਼ ਜਦੋਂ ਦੋਵੇਂ ਇਕੱਠੇ ਨਹੀਂ ਹੁੰਦੇ ਫੇਰ ਗੜਬੜ ਹੁੰਦੀ ਹੈ। ਸਾਡਾ ਜਿਹੜਾ ਯੂਥ ਹੈ ਉਹਨੂੰ ਅੱਜ ਤੱਕ ਪੋਲੀਟੀਕਲ ਲੋਕਾਂ ਨੇ ਵਰਤ ਕੇ ਉਹਨਾਂ ਨੂੰ ਬਦਨਾਮ ਕਰਤਾ ਜੀ, ਨਸ਼ੇੜੀ ਹੈ ਜੀ, ਫਲਾਣ ਜੀ, ਟਿੰਗੇ ਤਾਂ ਪਤਾ ਨਹੀਂ ਜੀ, ਇਹ ਤਾਂ ਬਹੁਤ ਭਾਰ ਹੈ। ਕਾਂਗਰਸ ਵਾਲੇ ਅਕਾਲੀਆਂ ਨੂੰ ਦੋਸ਼ੀ ਕਰਾਈ ਜਾਂਦੇ ਨੇ, ਅਕਾਲੀ ਕਾਂਗਰਸੀਆਂ ਨੂੰ ਵਿੱਚ ਆਮ ਆਦਮੀ ਪਾਰਟੀ ਉਹਨੂੰ ਨਸ਼ੇੜੀ ਸਾਬਤ ਕਰਤਾ। ਤੇ ਇੱਥੇ ਉਹ ਜਦੋਂ ਝਾੜੂ ਲੈ ਕੇ ਸਫਾਈ ਕਰਦੇ ਨੇ, ਇੱਥੇ ਜਦੋਂ ਉਹ ਟ੍ਰੈਫਿਕ ਕੰਟਰੋਲ ਕਰਦੇ ਨੇ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਵੀ ਬੱਚਿਓ ਤੁਹਾਡੇ ਤੇ ਕਲੰਕ ਲੱਗਿਆ, ਤੁਸੀਂ ਇੱਥੇ ਆ ਕੇ ਲਾਤਾ ਤੇ ਦੇਖਿਓ ਇਹ ਕਲੰਕ ਨਾ ਲੱਗ ਜੇ। ਇਹ ਜਿੰਨੀ ਦੇਰ ਇਹ ਮਨ 'ਚ ਰੱਖੋਗੇ ਵੀ ਜੇ ਅੰਦੋਲਨ ਪੀਸਫੁਲ ਹੈ ਤਾਂ ਜਿੱਤ ਯਕੀਨੀ ਹੈ, ਜੇ ਵਾਇਲੈਂਟ ਹੋ ਗਿਆ ਉਸੇ ਦਿਨ ਅੰਦੋਲਨ ਬਿਖਰ ਜਾਏਗਾ। ਤੇ ਇਸ ਕਰਕੇ ਤੁਸੀਂ ਜਿਹੜੇ ਇਸ ਅੰਦੋਲਨ ਨਾਲ ਜੁੜੇ ਹੋ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖੋ, ਔਰ ਇਹੀ ਇੱਕ ਮੁੱਖ ਕਾਰਨ ਹੈ ਜਿਹਦੇ ਕਰਕੇ ਇਹ ਅੰਦੋਲਨ ਪੀਸਫੁਲ ਹੈ। ਤਾਂ ਬੇहद ਸ਼ਾਂਤੀ ਦੇ ਨਾਲ ਇਸ ਅੰਦੋਲਨ ਨੂੰ ਚਲਾਇਆ ਜਾ ਰਿਹਾ, ਔਰ ਕਹਿੰਦੇ ਨੇ ਕਿ ਇਹੀ ਇਸ ਦੀ ਕਾਮਯਾਬੀ ਦਾ ਇੱਕ ਵੱਡਾ ਕਾਰਨ ਵੀ ਹੈ, ਔਰ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਮਨ ਅਮਾਨ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਜਾਰੀ ਰੱਖਿਆ ਜਾਵੇਗਾ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਦਿੱਲੀ।
ਕੱਲ ਕੇਂਦਰ ਸਰਕਾਰ ਦੇ ਨਾਲ 7ਵੇਂ ਗੇਟ ਦੀ ਮੀਟਿੰਗ, ਲੇਕਿਨ ਉਸ ਤੋਂ ਪਹਿਲਾਂ ਟਿਕਰੀ ਅਤੇ ਸਿੰਘੂ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ। 39ਵਾਂ ਦਿਨ ਅੱਜ ਕਿਸਾਨਾਂ ਦੇ ਧਰਨੇ ਦਾ। ਟਿਕਰੀ ਬਾਰਡਰ ਤੋਂ ਅਰਸ਼ਦੀਪ ਅਤੇ ਸਿੰਘੂ ਬਾਰਡਰ ਤੋਂ ਨਪਿੰਦਰ ਬਰਾੜ ਮੇਰੇ ਸਹਿਯੋਗੀ ਜੁੜੇ ਨੇ। ਕੀ ਤਾਜ਼ਾ ਤਸਵੀਰਾਂ ਨੇ ਅੱਜ ਜਦੋਂ ਦਿੱਲੀ ਐਨਸੀਆਰ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਔਰ ਬਾਰਿਸ਼ ਨੇ ਮੁਸ਼ਕਿਲਾਂ ਜੜੀਆਂ ਨੇ ਕਿਸਾਨਾਂ ਦੀਆਂ ਵੀ ਵਧਾਈਆਂ ਨੇ, ਲੇਕਿਨ ਹੌਸਲੇ ਬੁਲੰਦ। ਅਰਸ਼ਦੀਪ, ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਕੁਝ ਸਮਾਂ ਪਹਿਲੇ ਦੀਆਂ ਅਸੀਂ ਤਸਵੀਰਾਂ ਦੇਖ ਰਹੇ ਸੀ ਸਿੰਘੂ ਬਾਰਡਰ, ਕਿਸ ਤਰ੍ਹਾਂ ਮਹਿਲਾਵਾਂ ਲੰਗਰ ਤਿਆਰ ਕਰ ਰਹੀਆਂ ਨੇ ਸਵੇਰ ਤੋਂ ਹੀ, ਔਰ ਟਿਕਰੀ ਬਾਰਡਰ ਵਿਖੇ ਵੀ ਕਿਸਾਨ ਡਟੇ ਹੋਏ ਨੇ, ਬਜ਼ੁਰਗ ਕਿਸਾਨ ਡਟੇ ਹੋਏ ਨੇ। ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਜਾਵਾਂਗੇ। ਅਰਸ਼ਦੀਪ जी बिल्कुल रजिंदर, जिवें तुसीं दस्सिया कि तैयारी हो रही है, दूसरे पासे बारिश शुरू हो चुकी है, इस वेले भी बारिश हो रही है ते तुसीं देख सकते हो कि जिहड़ा चुल्हा है उस दे उत्ते तरपाल लाई गई है। दूसरे पासे उसनूं तुसीं देख सकते हो तस्वीरां कि तरपाल ला के थल्ले बिस्तरे लगे हुए ने, लेकिन मुश्किलां वध सकदियां ने। अगर ज़्यादा तेज़ बारिश आउंदी है तो होर भी इंतजाम करने पैणगे। बारिश सवेरे भी हुई है, फिर थोड़ी देर लई रुकी। सारियां जगहां दे उत्ते तरपालां ला के दोबारा तो फिर तो इंतजाम किए जा रहे हैं, क्योंकि लगातार बारिश बारे दस्सिया गया कि कई संभावना बन रही है कि कई दिन बारिश होवेगी। तुसीं देख सकते हो चुल्हे दे उत्ते भी तरपाल पाई गई है। 2 किसानां दी मौत भी हुई है अज। कुंडली बार्डर के उत्ते एक किसान की मौत हुई है, एक टिकरी बार्डर के उत्ते एक हार्ट अटैक नाल एक 58 साल के किसान की मौत हुई है। ठंड लगातार वध रही है, बारिश करके होर भी ठंड की लग रही है कि होर ठंड वधेगी आने वाले दिनों के विच ते इंतजाम होर वधेरे करने पैणगे। बजुर्ग औरतां मेरे नाल ने। बीबी जी, ठंड लगातार वध रही है, मीह पै रहा, हुण भी मीह पै रहा, आने वाले दिनों भी कहा जा रहा है कि मीह पैना है। किवें दे इंतजाम ने, किवें दी तैयारी है? बहुत औखा सानू जी, सानू बहुत ਇੱਥੇ ਹੀ ਰਹਿਣਾ ਸੀ। ਜਵਾਕ ਜਿਹੜਾ ਨਾਲ ਲੈ ਆਏ ਅਸੀਂ, ਇੱਥੇ ਹੀ ਰਹਿਣਾ, ਡਟ ਕੇ ਰਹਾਂਗੇ। ਹਾਂ, ਜਿੰਨੇ ਜੇ ਲੱਦ ਨਹੀਂ ਕਰਦਾ ਅਸੀਂ ਇੱਥੇ ਮੋਤੇ। ਬੇਬੇ ਜੀ, ਠੰਡ ਲਗਾਤਾਰ ਵਧ ਰਹੀ ਹੈ। ਅੱਜ ਵੀ 2 ਕਿਸਾਨਾਂ ਦੀ ਮੌਤ ਹੋਈ ਹੈ ਹਾਰਟ ਅਟੈਕ ਦੇ ਨਾਲ, ਟਿਕਰੀ ਬਾਰਡਰ ਤੇ ਵੀ ਤੇ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਦੇ ਉੱਤੇ ਵੀ। ਤੇ ਠੰਡ ਲਗਾਤਾਰ ਵਧ ਰਹੀ ਹੈ, ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਬਜ਼ੁਰਗ ਡਟੇ ਹੋਏ ਨੇ। ਕੀ ਕਹਿਣਾ ਚਾਹੋਗੇ? ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ, ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਵੀ ਮੋਦੀ ਕਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕਰਦਾ ਉਹਨਾਂ ਚਿਰ ਅਸੀਂ ਇੱਥੋਂ ਜਾਣਾ ਚਾਹੁੰਦੇ ਨਹੀਂਗੇ। ਹਾਂ, ਕਦੋਂ ਰੱਦ ਹੋ ਗਏ ਅਸੀਂ ਉਦੋਂ ਹੀ ਵਾਪਸ ਜਾਵਾਂਗੇ, ਇੱਥੇ ਹੀ ਰਹਾਂਗੇ ਬਾਰਸ ਦੇ ਵਿੱਚ। ਸਾਨੂੰ ਕੁਛ ਬਾਰਸ ਨਹੀਂ ਕਹਿੰਦੀਗੀ, ਬੱਚੇ ਸਾਡੇ ਨਾਲ ਹੈ, ਸਾਨੂੰ ਕੋਈ ਤੰਗੀ ਨਹੀਂਗੀ। ਹਾਂ ਜੀ, ਸਾਨੂੰ ਕੋਈ ਹੋਰ ਤੰਗੀ ਨਹੀਂਗੀ, ਬਸ ਅਸੀਂ ਇੱਥੇ ਹੀ ਰਹਿਣਾ। ਤਾਂ ਤੁਸੀਂ ਜੋਸ਼ ਦੇਖ ਸਕਦੇ ਹੋ ਰਜਿੰਦਰ ਕਿ ਔਰਤਾਂ ਵੀ ਜਿਹੜੀਆਂ ਮਹਿਲਾਵਾਂ ਵੀ ਆਈਆਂ ਨੇ ਧਰਨੇ ਦੇ ਵਿੱਚ, ਉਹਨਾਂ ਦਾ ਵੀ ਜੋਸ਼ ਉਹੀ ਹੈ। ਜਦੋਂ ਅਸੀਂ ਬਜ਼ੁਰਗਾਂ ਦੇ ਨਾਲ ਵੀ ਗੱਲ ਕੀਤੀ ਹੈ ਕਿ ਬਾਰਿਸ਼ ਲਗਾਤਾਰ ਜਾਰੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ ਤੇ ਉਸ ਦੇ ਚੱਲਦੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਰਪਾਲਾਂ ਲਾ ਕੇ। ਜਿੱਥੇ ਵੀ ਇੰਤਜ਼ਾਮ ਦੀ ਕਮੀ ਹੈ ਉੱਥੇ ਦੂਸਰੇ ਪਿੰਡਾਂ ਤੋਂ ਜਿਨ੍ਹਾਂ ਕੋਲ ਇੰਤਜ਼ਾਮ ਜ਼ਿਆਦਾ ਹੈ ਉਹ ਦੂਸਰੇ ਪਿੰਡਾਂ ਦੀ ਮਦਦ ਕਰ ਰਹੇ ਨੇ। ਬਣੇ ਰਹੋ ਸਾਡੇ ਨਾਲ। ਸਿੰਘੂ ਬਾਰਡਰ ਦਾ ਰੁਕ ਕਰਾਂਗੇ। ਨਪਿੰਦਰ ਬਰਾੜ ਵੀ ਜੁੜੇ ਹੋਏ ਨੇ। ਨਪਿੰਦਰ, ਅਸੀਂ ਵੇਖ ਰਹੇ ਹਾਂ ਟਿਕਰੀ ਬਾਰਡਰ ਵਿਖੇ ਲਗਾਤਾਰ ਬਾਰਿਸ਼, ਲੇਕਿਨ ਕਿਸਾਨਾਂ ਦੇ ਹੌਸਲੇ ਬੁਲੰਦ। ਇਹ ਬਾਰਿਸ਼, ਇਹ ਕੜਾਕੇ ਦੀ ਠੰਡ ਵੀ ਕਿਸਾਨਾਂ ਦੇ ਹੌਸਲੇ ਨੂੰ ਡਿਗਾ ਨਹੀਂ ਪਾ ਰਹੀ। ਵੱਡੀ ਗਿਣਤੀ ਵਿੱਚ ਬਜ਼ੁਰਗ ਮਹਿਲਾਵਾਂ ਡਟੀਆਂ ਹੋਈਆਂ ਨੇ, ਬੱਚੇ ਲੈ ਕੇ ਪਹੁੰਚੇ ਹੋਏ ਨੇ। ਹੋਰ ਕਿਸਾਨਾਂ ਨੇ 6 ਤੋਂ 26 ਜਨਵਰੀ ਤੱਕ ਦੀ ਆਪਣੀ ਅਗਲੀ ਰਣਨੀਤੀ ਦਾ ਵੀ ਐਲਾਨ ਕਰ ਦਿੱਤਾ ਹੈ। ਮੌਸਮ ਹਲੇ ਖਰਾਬ ਰਹਿਣ ਦੀ ਸੰਭਾਵਨਾ 6 ਜਨਵਰੀ ਤੱਕ, ਲੇਕਿਨ ਉਸ ਦੇ ਬਾਵਜੂਦ ਕਿਸਾਨਾਂ ਦੀ ਤਿਆਰੀਆਂ ਪੂਰੀਆਂ। ਨਪਿੰਦਰ, ਬਿਲਕੁਲ ਸਿੰਘੂ ਬਾਰਡਰ ਤੇ ਵੀ ਉਸੇ ਤਰ੍ਹਾਂ ਦਾ ਮਾਹੌਲ ਹੈ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ, ਲੱਖਾਂ ਦੀ ਗਿਣਤੀ ਕਿਸਾਨ ਇੱਥੇ ਪਹੁੰਚੇ ਹੋਏ ਨੇ। ਔਰ ਬਾਰਿਸ਼ ਕੱਲ ਵੀ ਜਿਹੜੀ ਬਾਰਿਸ਼ ਇੱਥੇ ਹੋਈ ਆ, ਅੱਜ ਵੀ ਬਾਰਿਸ਼ ਜਿਹੜੀ ਹੋਈ ਆ, ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਦਲਵਾਈ ਆ ਔਰ ਠੰਡ ਪੂਰੀ ਆ। ਔਰ ਹੇਠਾਂ ਤੁਸੀਂ ਦੇਖ ਸਕਦੇ ਕਿ ਹਲੇ ਬੇਸ਼ੱਕ ਹੁਣ ਥੋੜੀ ਦੇਰ ਪਹਿਲਾਂ ਬਾਰਿਸ਼ ਰੁਕੀ ਹੈ, ਪਰ ਇੱਥੇ ਬਾਰਿਸ਼ ਦਾ ਅਸਰ, ਕਿਉਂਕਿ ਪ੍ਰਬੰਧ ਜਿਹੜੇ ਨੇ ਟੈਂਟ ਲੱਗੇ ਹੋਏ ਨੇ, ਤਾਂ ਤੁਸੀਂ ਦੇਖ ਸਕਦੇ ਕਿ ਸੰਗਤ ਉਸੇ ਤਰ੍ਹਾਂ, ਜਿਹੜੇ ਕਿਸਾਨ ਨੇ ਜਿਹੜੇ ਇੱਥੇ ਪ੍ਰੋਟੈਸਟ ਕਰਨ ਆਏ ਨੇ, ਚਾਹੇ ਔਰਤਾਂ ਹੋਣ, ਚਾਹੇ ਬਜ਼ੁਰਗ ਹੋਣ, ਚਾਹੇ ਬੱਚੇ ਹੋਣ, ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ। ਹਾਲਾਂਕਿ ਅੱਜ ਜਿਹੜੇ ਸਾਹਮਣੇ ਤੁਸੀਂ ਸਟੇਜ ਦੇਖ ਰਹੇ ਹੋ, ਜਿਹੜੀ ਮੁੱਖ ਸਟੇਜ ਹੈ ਇੱਥੇ ਸਿੰਘੂ ਬਾਰਡਰ ਤੇ, ਉੱਥੇ ਪਹਿਲਾਂ ਜਿਹੜੀ ਸੰਗਤ ਉਹ ਬੈਠੀ ਹੁੰਦੀ ਸੀ, ਕਿਸਾਨ ਜਿਹੜੇ ਬੈਠੇ ਹੁੰਦੇ ਸੀ, ਦਰੀਆਂ ਵਿਛੀਆਂ ਹੁੰਦੀਆਂ ਸੀ, ਪਰ ਅੱਜ ਬਾਰਿਸ਼ ਕਰਕੇ ਉਹ ਜਿਹੜੀਆਂ ਭਿੱਜ ਗਈਆਂ ਨੇ ਦਰੀਆਂ, ਤੇ ਸੰਗਤ ਆ ਜਿਹੜੀ ਉਹ ਅੱਜ ਬੈਠ ਨਹੀਂ ਸਕੀ। ਔਰ ਹਾਲਾਂਕਿ ਜਿਹੜਾ ਜਾਪ ਉਹ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜਾ ਮਾਹੌਲ ਹੈ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਦੇ ਵਿੱਚ ਰੱਖਿਆ ਜਾ ਸਕੇ। ਬਾਣੀ ਦਾ ਜਾਪ ਕੀਤਾ ਜਾ ਰਿਹਾ ਔਰ ਸੰਗਤ ਉਸੇ ਤਰ੍ਹਾਂ, ਕਿਉਂਕਿ ਸਵੇਰ ਦਾ ਵੇਲਾ, ਦੂਜੇ ਪਾਸੇ ਲੰਗਰ ਵੀ ਚੱਲ ਰਿਹਾ। ਔਰ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਅਪਡੇਟ ਦੇ ਦਈਏ ਸਾਡੇ ਦਰਸ਼ਕਾਂ ਨੂੰ ਕਿ ਸਿੰਘੂ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਆ।
45 ਸਾਲ ਦੀ ਉਮਰ ਦੇ ਇਸ ਕਿਸਾਨ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਦਾ ਰਹਿਣ ਵਾਲਾ ਕਿਸਾਨ ਸੀ। 45 ਸਾਲ ਦੀ ਉਮਰ, ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਜਿਹੜਾ ਕੁੰਡਲੀ ਬਾਰਡਰ, ਹਾਲਾਂਕਿ ਉਹ ਵੀ ਸਿੰਘੂ ਦੇ ਨਾਮ ਨਾਲ ਹੀ ਜਾਣਿਆ ਜਾਂਦਾ, ਹਾਲਾਂਕਿ ਕੁੰਡਲੀ ਜਿਹੜਾ ਹਰਿਆਣੇ 'ਚ ਸੋਨੀਪਤ ਤੇ ਪੈ ਜਾਂਦਾ, ਔਰ ਜਿਹੜਾ ਹੈਗਾ ਸਿੰਘੂ ਉਹ ਦਿੱਲੀ ਦੇ ਬਿਲਕੁਲ ਬਾਰਡਰ ਵਾਲੇ ਇਲਾਕੇ ਨੂੰ ਕਹਿ ਦਿੰਦੇ ਆ। ਤਾਂ ਉਸ ਦੀ ਇੱਕ 50 ਸਾਲ ਦੇ ਕਿਸਾਨ ਦੀ ਸਵੇਰੇ ਮੌਤ ਹੋਈ, ਉਹ 2 ਦਿਨ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ। ਅੱਜ ਯਾਨੀ 2 ਮੌਤਾਂ ਸਿੰਘੂ ਬਾਰਡਰ ਤੇ ਹੋ ਗਈਆਂ ਨੇ, 2 ਕਿਸਾਨਾਂ ਦੀਆਂ। ਲਗਾਤਾਰ ਮੌਤਾਂ ਵੀ ਹੋ ਰਹੀਆਂ ਨੇ, ਪਰ ਸੰਗਤ ਵੀ ਲਗਾਤਾਰ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀ ਹੋਈ ਹੈ। ਇੱਕ ਬੀਬੀ ਜੀ ਇੱਥੇ ਨੇ, ਇਹਨਾਂ ਨਾਲ ਗੱਲ ਕਰ ਲੈ। ਬੀਬੀ, ਤੁਸੀਂ ਕਿੱਥੋਂ ਆਏ ਹੋ ਔਰ ਕਦੋਂ ਤੋਂ ਆਏ ਹੋਏ ਹੋ? ਅਸੀਂ ਬਠਿੰਡੇ ਤੋਂ ਆਏ ਹਾਂ ਜੀ, ਅੱਜ ਹੀ ਆਏ ਹਾਂ ਅਸੀਂ। ਤੇ ਕਿੰਨੇ ਕੁ ਲੋਕ ਆਏ ਹੋ ਜਾਂ ਕੀ ਸੋਚ ਕੇ ਜ਼ਿਹਨ ਦੇ ਵਿੱਚ ਇੱਥੇ ਪਹੁੰਚੇ ਹੋ? ਸਾਡਾ ਭਾਂਜਾ ਸਾਹਿਬ ਮਾਸੀਆਂ ਨੂੰ ਲੈ ਕੇ ਆਇਆ, ਮਾਸੜ ਮਾਸੀਆਂ ਨੂੰ ਸਾਰਿਆਂ ਨੂੰ ਵਿਖਾਉਣ ਵਾਸਤੇ ਵੀ। ਚਲੋ ਕੀ ਲੱਗਦਾ ਹੈ ਜੀ ਇੱਥੇ ਆ ਕੇ ਮਾਹੌਲ ਤੁਸੀਂ ਦੇਖਿਆ, ਜਾਂ ਜਿਸ ਤਰ੍ਹਾਂ ਕਿਸਾਨਾਂ ਦੇ ਹੌਸਲੇ ਨੇ? ਮੌਸਮ ਦੇਖੋ ਠੰਡ ਦਾ, ਬਾਹਰ ਟੈਂਟ ਲੱਗੇ ਹੋਏ ਨੇ, ਟਰਾਲੀਆਂ 'ਚ ਪਏ ਨੇ। ਬਹੁਤ ਅੱਛਾ ਮਾਹੌਲ ਜੀ, ਇਹੋ ਜਿਹਾ ਤਾਂ ਅਸੀਂ ਕਿਤੇ ਵੀ ਨਹੀਂ ਦੇਖਿਆਗਾ। ਬਹੁਤ ਵਧੀਆ, ਜਿੱਤ ਕੇ ਜਾਵਾਂਗੇ ਜੀ। ਦੇ ਵਿੱਚ ਇਹ ਲੋਕਾਂ ਦੀ ਜਿਹੜੀ ਉਮੀਦ ਹੈ ਨਾ ਜਿੱਤਣ ਦੀ, ਇਹ ਇਸ ਸੰਘਰਸ਼ ਨੂੰ ਇਹ ਬਹੁਤ ਵੱਡੀ ਤਰ੍ਹਾਂ ਅਸੀਂ ਇਹਨਾਂ ਦੇ ਅੰਦਰ ਦੇਖਿਆ ਤੇ ਦੇਖ ਕੇ ਅਸੀਂ ਹੈਰਾਨ ਹੁੰਨੇ ਆ ਵੀ ਕਿਸ ਤਰ੍ਹਾਂ ਲੋਕ ਇੱਥੇ ਇਕੱਠੇ ਹੋ ਕੇ ਆਪਦੇ ਸੰਘਰਸ਼ ਲਈ ਜਦੋਜਹਿਦ ਕਰ ਰਹੇ। ਇੱਕ ਭਾਈ ਸਾਹਿਬ ਇੱਥੇ ਨੇ। ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਚਾਹੇ ਮੌਸਮ ਵੀ ਲਗਾਤਾਰ ਕਰਵਟ ਬਦਲਦਾ ਹੈ, ਠੰਡ ਵੀ ਹੈ, ਮੌਤਾਂ ਵੀ ਲਗਾਤਾਰ ਹੋ ਰਹੀਆਂ, ਸੰਘਰਸ਼ ਵੀ ਲੰਬਾ ਹੁੰਦਾ ਜਾ ਰਿਹਾ, ਪਰ ਪੀਸ ਹੈ ਜਿਹੜਾ, ਸ਼ਾਂਤੀ ਆ, ਉਹ ਜਿਹੜੀ ਬਣਾ ਕੇ ਰੱਖੀ ਗਈ ਹੈ। ਔਰ ਕੀ ਲੱਗਦਾ ਹੈ ਕਿ ਇਸ ਸੰਘਰਸ਼ ਨੂੰ ਅੱਗੇ ਕਿੰਨੀ ਦੇਰ ਤੱਕ ਤੁਹਾਨੂੰ ਲੱਗਦਾ ਹੈ ਕਿਸੇ ਤਰ੍ਹਾਂ ਚਲਾਇਆ ਜਾ ਸਕਦਾ, ਜਾਂ ਕਦੋਂ ਤੱਕ ਚੱਲੇਗਾ? ਕਿਸ ਤਰ੍ਹਾਂ ਦੇ ਤੁਹਾਨੂੰ ਇੱਥੇ ਆ ਕੇ ਅਪਡੇਟ ਮਿਲਦੀ ਹੋਣੀ ਹੈ? ਕੀ ਲੱਗਦਾ ਇੱਥੋਂ ਦਾ ਮਾਹੌਲ ਕਿੱਦਾਂ ਦਾ? ਮੈਂ ਕਹਿਣਾ ਚਾਹਣਾ ਪਹਿਲਾਂ ਕਿ ਸਭ ਤੋਂ ਪਹਿਲਾਂ ਅਸੀਂ ਕਿਸਾਨ ਆ, ਬਾਕੀ ਫੇਰ ਹੈ। ਇੱਕ ਕਹਾਵਤ ਹੈ, ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। ਔਰ ਜਿੱਥੇ ਤੱਕ ਪ੍ਰਦਰਸ਼ਨ ਦੀ ਗੱਲ ਹੈਗੀ, ਇਹ ਬਹੁਤ ਹੀ ਸ਼ਾਂਤਮਈ ਹੈ। ਹਰ ਚਿਹਰੇ ਤੇ ਇੱਕ ਉਮੀਦ ਹੈ, ਹਰ ਚਿਹਰਾ ਮਤਲਬ ਜਿਹੜਾ ਹੈਗਾ ਉਹ ਇਸ ਨਾਲ ਜੁੜਿਆ ਹੋਇਆ ਹੈ ਕਿ ਕਿਸਾਨ ਜਿਹੜਾ ਸੰਘਰਸ਼ ਹੈਗਾ ਇਹ ਹੱਕ ਦਾ ਸੰਘਰਸ਼ ਹੈ, ਔਰ ਜਿੱਤ ਆਖਰ ਹੋਗੀ। ਔਰ ਅਖੀਰ 'ਚ ਮੈਂ ਇਹ ਕਹਿਣਾ ਚਾਹੂੰਗਾ ਵੀ ਕਿਸਾਨ ਬਣਨਾ ਬਹੁਤ ਮੁਸ਼ਕਲ ਹੈ, ਚੌਕੀਦਾਰ ਤਾਂ ਕੋਈ ਵੀ ਬਣ ਸਕਦਾ ਹੈਗਾ। ਕੱਲ ਮੀਟਿੰਗ ਹੋਣ ਜਾ ਰਹੀ ਹੈ ਜੀ, ਕੱਲ ਬੜੀ ਅਹਿਮ ਮੀਟਿੰਗ ਹੈ। ਉਸ ਮੀਟਿੰਗ ਦੇ ਵਿੱਚ ਕੀ ਕੁਝ ਚਰਚਾਵਾਂ ਹੋਣਗੀਆਂ, ਉਹਦੇ ਤੇ ਬੜੀ ਸਭ ਦੀ ਨਜ਼ਰ ਟਿਕੀ ਹੋਈ ਹੈ। ਇੱਕ ਨੌਜਵਾਨ ਕਿਸਾਨ ਨੇ, ਕੱਲ ਦੀ ਮੀਟਿੰਗ ਨੂੰ ਲੈ ਕੇ ਕੀ ਲੱਗਦਾ ਹੈ ਜੀ ਕਿ ਕੱਲ ਨੂੰ ਆਸ ਹੈ? ਹਾਲਾਂਕਿ ਕਿਸਾਨ ਆਗੂ ਕਹਿ ਰਹੇ ਨੇ ਕਿ ਲੰਮਾ ਜਾ ਸਕਦਾ ਸੰਘਰਸ਼। ਆਸ ਬਿਲਕੁਲ ਹੈ ਜੀ। ਮੈਂ ਡਾਕਟਰ ਜਸਮੀਤ ਸਿੱਧੂ ਹਾਂ ਜੀ, ਮੈਂ ਵੀ ਕਿਸਾਨ ਦਾ ਬੇਟਾ ਜੀ। ਮੈਂ ਆਪਦੇ ਮਾਸੀ ਜੀ ਨੂੰ, ਬਜ਼ੁਰਗਾਂ ਨੂੰ ਨਾਲ ਇੱਥੇ ਲੈ ਕੇ ਆਇਆ। ਇਹ ਸਾਡੇ ਵਾਸਤੇ ਹੁਣ ਇੱਕ ਧਾਰਮਿਕ ਸਲ ਨਹੀਂ ਰਹਿ ਗਿਆ, ਇਹ ਤੀਰਥ ਯਾਤਰਾ ਹੀ ਸਾਡੇ ਵਾਸਤੇ। ਅਸੀਂ ਸਭ ਇੱਥੇ ਜਿੱਤ ਵਾਸਤੇ ਆਏ ਹਾਂ, ਸੰਘਰਸ਼ ਕਰਨ ਆਏ ਹਾਂ। ਜੋ ਸਾਡੀ ਇੱਥੇ ਡਿਊਟੀ ਲੱਗੇਗੀ ਅਸੀਂ ਉਹ ਕਰਾਂਗੇ। ਅਸੀਂ ਜਿੱਤ ਦੀ ਆਸ ਬਿਲਕੁਲ ਹੈ ਜੀ। ਜਿੰਨਾ ਚਿਰ ਜਿੱਤਾਂਗੇ ਨਹੀਂ ਉਹਨਾਂ ਚਿਰ ਅਸੀਂ ਇੱਥੋਂ ਜਾਵਾਂਗੇ ਨਹੀਂ। ਤਾਂ ਤੁਸੀਂ ਦੇਖ ਸਕਦੇ ਕਿ ਕਿਸ ਤਰ੍ਹਾਂ ਜੋਸ਼, ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਬਜ਼ੁਰਗ ਹੋਣ, ਕਿਸ ਤਰ੍ਹਾਂ ਦਾ ਮਾਹੌਲ। ਔਰ ਇੱਕ ਚੀਜ਼ ਬੜੀ ਅਹਿਮ ਹੈ ਕਿ ਸ਼ਾਂਤੀ ਬਣਾਏ ਰੱਖਣ ਦੀ ਸਾਰੇ ਅਪੀਲ ਵੀ ਕਰਦੇ ਨੇ ਔਰ ਕੋਸ਼ਿਸ਼ ਵੀ ਕਰ ਰਹੇ ਨੇ। ਔਰ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਇਹੀ ਕਹਿ ਰਹੀਆਂ ਨੇ ਕਿ ਅਗਰ ਇਹ ਸੰਘਰਸ਼ ਹੈ ਜਿਹੜਾ ਉਹ ਇਸ ਤਰ੍ਹਾਂ ਲੰਬਾ ਚੱਲ ਰਿਹਾ, ਔਰ ਅਗਰ ਇਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇੱਕ ਸੁਨੇਹਾ ਗਿਆ ਜਾਂ ਸਰਕਾਰ ਕਿਤੇ ਨਾ ਕਿਤੇ ਕੁਝ ਮੰਗਾਂ ਮੰਨਣ ਵਾਲੇ ਪਾਸੇ ਤੁਰੀ ਹੈ, ਤਾਂ ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਇੱਥੇ ਅਮਨ ਸ਼ਾਂਤੀ ਜਿਹੜੀ ਹੈ ਉਹ ਬਣਾ ਕੇ ਰੱਖੀ ਗਈ ਹੈ। ਚਾਹੇ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ, ਚਾਹੇ ਨੌਜਵਾਨ ਹੋਣ, ਚਾਹੇ ਕਿਸੇ ਵੀ ਉਮਰ ਵਰਗ ਦੇ ਲੋਕ ਹੋਣ, ਕਿਸੇ ਵੀ ਖਿੱਤੇ ਨਾਲ, ਕਿਸੇ ਵੀ ਧਰਮ ਨਾਲ ਜੁੜੇ ਹੋਏ ਲੋਕ ਹੋਣ, ਉਹ ਇੱਥੇ ਆ ਕੇ ਇਸ ਤਰ੍ਹਾਂ ਅਮਨ ਅਮਾਨ ਦੇ ਨਾਲ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਔਰ ਸ਼ਾਇਦ ਇੱਕ ਵੱਡੀ ਉਦਾਹਰਨ ਹੋਵੇ ਇਸ ਤਰ੍ਹਾਂ ਵੱਡੀ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਾਂ ਲੋਕ ਆ ਜਿਹੜੇ ਪ੍ਰਦਰਸ਼ਨ ਕਰ ਰਹੇ ਹੋਣ, ਪਹੁੰਚੇ ਹੋਏ ਹੋਣ, ਔਰ ਇਸ ਨੂੰ ਸ਼ਾਂਤੀ ਜਿਹੜੀ ਹੈ ਵੇਖ ਪਾ ਰਹੇ ਹੋ। ਨਪਿੰਦਰ, ਤੁਹਾਡੇ ਪਿੱਛੇ ਕਿਸ ਤਰ੍ਹਾਂ ਹਜੂਮ ਉਮੜਿਆ ਹੋਇਆ ਹੈ ਕਿਸਾਨਾਂ ਦਾ, ਉਹ ਲਗਾਤਾਰ ਪੰਜਾਬ ਅਤੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਇੱਥੇ ਆਣਾ ਜਾਰੀ। ਰਪਿੰਦਰ ਬੜੇ ਨਾਲ ਸਾਡੇ ਨਾਲ ਸਿੰਘੂ ਬਾਰਡਰ ਦੇ ਇੱਕ ਹਿੱਸੇ ਦੀ ਤਸਵੀਰ ਸੀ, ਦੂਜੇ ਹਿੱਸੇ ਦੀ ਤਸਵੀਰ ਦੇ ਨਾਲ ਉਮੇਸ਼ ਸ਼ਰਮਾ ਵੀ ਜੁੜੇ ਹੋਏ ਨੇ। ਉਮੇਸ਼, ਜਿਸ ਥਾਂ ਤੇ ਤੁਸੀਂ ਮੌਜੂਦ, ਬਾਰਿਸ਼ ਹੋਈ ਹੈ, ਸਿੰਘੂ ਬਾਰਡਰ ਵਿਖੇ ਵੀ ਬਾਰਿਸ਼ ਹੋਈ, ਦਿੱਲੀ NCR ਵਿੱਚ ਹੋਰ ਅਗਲੇ 3 ਦਿਨਾਂ ਤੱਕ ਮੌਸਮ ਅਜੇ ਹੀ ਰਹਿਣ ਦਾ ਅਨੁਮਾਨ ਹੈ। ਕਿਸ ਤਰ੍ਹਾਂ ਦੀ ਤਸਵੀਰਾਂ, ਕਿਸ ਤਰ੍ਹਾਂ ਦੀ ਦਿੱਕਤਾਂ ਆ ਰਹੀਆਂ ਨੇ? ਮੁਸ਼ਕਲਾਂ ਤੇ ਜ਼ਰੂਰ ਖੜੀਆਂ ਹੋਈਆਂ ਹੋਣੀਆਂ ਅੰਦੋਲਨਕਾਰੀ ਕਿਸਾਨਾਂ ਲਈ, ਕੀ ਇੰਤਜ਼ਾਮ ਉੱਥੇ ਕੀਤੇ ਗਏ ਨੇ? ਰਜਿੰਦਰ, ਬਿਲਕੁਲ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਦੁਬਾਰਾ। ਤੇ ਜੇ ਆਪਾਂ ਗੱਲ ਕਰੀਏ, ਮੈਂ ਪਹਿਲਾਂ ਤਸਵੀਰਾਂ ਦਿਖਾਣਾ ਚਾਹੁੰਦਾ ਤੁਹਾਨੂੰ ਕਿ ਤਰਪਾਲਾਂ ਨਾਲ, ਟੈਂਟ ਨਾਲ ਕਵਰ ਕੀਤੀ ਗਈ ਹੈ ਕੁਝ ਥਾਵਾਂ। ਜਿਹੜੇ ਤੁਸੀਂ ਦੇਖ ਸਕਦੇ ਹੋ ਸੌਣ ਦੀ ਜਗ੍ਹਾ ਨੇ, ਜਿੱਥੇ ਰਾਸ਼ਨ ਪਿਆ ਜਾਂ ਸਮਾਨ ਪਿਆ, ਔਰ ਬਾਰਿਸ਼ ਇੱਥੇ ਫੇਰ ਸ਼ੁਰੂ ਹੋ ਚੁੱਕੀ ਹੈ। ਤੇ ਤਸਵੀਰਾਂ ਰਾਹੀਂ ਤੁਸੀਂ ਦੇਖੋ ਕਿ ਮਾਤਾਵਾਂ ਭੈਣਾਂ ਵੀ ਇੱਥੇ ਆਈਆਂ ਲੰਗਰ ਦੀ ਸੇਵਾ ਵਾਸਤੇ। ਕਾਫੀ ਤੇਜ਼ ਬਾਰਿਸ਼ ਇੱਥੇ ਸ਼ੁਰੂ ਹੋ ਚੁੱਕੀ ਹੈ। ਥੋੜੀ ਦੇਰ ਪਹਿਲਾਂ ਹੀ ਇੱਥੇ ਲੰਗਰ ਵਗੈਰਾ ਸੀਗਾ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਾ ਹੈ। ਜਿਹੜਾ ਉਹ ਤੇ ਪਨੀਰ ਪਕੌੜੇ ਦੇ ਲੰਗਰ ਦੀ ਗੱਲ ਹੋਏ ਜਾਂ ਸੈਂਡਵਿਚ ਦੇ ਲੰਗਰ ਦੀ ਗੱਲ ਹੋਏ, ਮਾਤਾਵਾਂ ਭੈਣਾਂ ਇੱਥੇ ਮੋਹਾਲੀ ਤੋਂ ਸਪੈਸ਼ਲ ਇੱਥੇ ਆਈਆਂ ਸੀ। ਲੇਕਿਨ ਤੇਜ਼ ਬਾਰਿਸ਼ ਇੱਥੇ ਫਿਰ ਦੁਬਾਰਾ, ਰਜਿੰਦਰ ਤੁਸੀਂ ਤਸਵੀਰਾਂ ਨਹੀਂ ਦੇਖ ਸਕਦੇ ਹੋ ਕਿ ਸਾਰਾ ਇਹਨਾਂ ਨੇ ਇੰਤਜ਼ਾਮ ਇੱਥੇ ਕੀਤਾ ਸੀ, ਔਰ ਸਪੈਸ਼ਲ ਹਲਵਾਈ ਮੰਗਵਾਏ ਸੀਗੇ, ਪੂਰੇ ਕੈਟਰਿੰਗ ਦਾ ਬੰਦੋਬਸਤ ਕੀਤਾ ਗਿਆ ਹੈ।
ਪਨੀਰ ਪਕੌੜੇ ਹੋਣ, ਸੈਂਡਵਿਚ ਹੋਣ। ਇਹ ਤਸਵੀਰਾਂ ਰਾਹੀਂ ਤੁਸੀਂ ਇੱਥੇ ਦੇਖੋ ਕਿ ਸਾਰਾ ਇੰਤਜ਼ਾਮ ਇੱਥੇ ਹੈ, ਲੇਕਿਨ ਬਾਰਿਸ਼ ਵੀ ਇੱਥੇ ਕਿਤੇ ਨਾ ਕਿਤੇ ਮੁਸ਼ਕਿਲਾਂ ਵਿੱਚ ਵਾਧਾ ਕਰਦੀ ਨਜ਼ਰ ਆ ਰਹੀ ਹੈ। ਜੇ ਰਾਸ਼ਨ, ਇੱਕ ਮਿੰਟ ਯਾਰ ਬਾਈ ਸ਼ਾਂਤ ਹੋ ਜਾ। ਤੇ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਉਮੇਸ਼ ਕੀ ਇੰਨੇ ਉੱਥੇ ਆਲੇ ਦੁਆਲੇ ਜਗ੍ਹਾ ਮੌਜੂਦ ਜਿੱਥੇ ਸਿਰ ਛੁਪਾ ਸਕਣ ਇਹ ਕਿਸਾਨ, ਜਿਹੜੇ ਕਿ ਹਾਲੇ ਤੱਕ ਤਾਂ ਸੜਕ ਦੇ ਕਿਨਾਰੇ ਨਜ਼ਰ ਆ ਰਹੇ ਨੇ, ਖੁੱਲੇ ਆਸਮਾਨ ਦੇ ਹੇਠਾਂ ਨਜ਼ਰ ਆ ਰਹੇ ਨੇ। ਹੁਣ ਜਦੋਂ ਤੇਜ਼ ਬਾਰਿਸ਼ ਸ਼ੁਰੂ ਹੋਈ ਹੈ, ਸਿਰ ਢੱਕਣ ਦੀ ਜਗ੍ਹਾ ਹੈ ਉੱਥੇ। ਇੱਥੇ ਵੀ ਕੈਮਰਾ ਘੁਮਾ ਕੇ ਇਹ ਰਾਸ਼ਨ ਦੀ ਪੂਰੀ ਟਰਾਲੀ ਹੈ, ਇਹਨੂੰ ਕਵਰ ਕੀਤਾ ਗਿਆ ਕਿਉਂਕਿ ਬਾਰਿਸ਼ ਕਾਫੀ ਤੇਜ਼ ਹੈ। ਸਮਾਨ ਇਹਦੇ ਵਿੱਚ ਸਾਰਾ ਪਿਆ, ਚਾਹੇ ਜਨਰੇਟਰ ਸੈੱਟ ਹੋਏ, ਆਟਾ ਹੋਏ, ਦਾਲਾਂ ਹੋਣ, ਫਲ ਫਰੂਟ ਹੋਏ, ਕਿਉਂਕਿ ਜਿਹੜੀ ਤੇਜ਼ ਬਾਰਿਸ਼ ਹੋਣੀ ਹੋਈ ਹੈ ਇਹਨੂੰ ਸਾਰਾ ਕਵਰ ਕਰਕੇ ਟਰਾਲੀ ਨੂੰ ਡਬਲ ਤਰਪਾਲ ਪਾ ਕੇ ਸਿਕਿਉਰ ਕੀਤਾ ਗਿਆ ਕਿ ਰਾਸ਼ਨ ਨਾ ਖਰਾਬ ਹੋਏ, ਸਮਾਨ ਨਾ ਖਰਾਬ ਹੋਏ। ਬਾਹਰ ਦੇਖੋ ਤੁਸੀਂ, ਆਲੂ ਪਿਆਜ਼ ਦੀ ਬੋਰੀਆਂ, ਪਾਣੀ ਦੀ ਬੋਟਲਸ ਹੋਣ, ਔਰ ਸਾਰਾ ਇੱਥੇ ਬੰਦੋਬਸਤ ਹੈ। ਇੱਕ ਵੱਡਾ ਤਵਾ ਵੀ ਇੱਥੇ ਆਇਆ, ਸੇਵਾ ਜਿਹੜੀ ਹੈਗੀ ਹੈ ਲੰਗਰ ਦੀ, ਕਿਉਂਕਿ 24 ਘੰਟੇ ਲੰਗਰ ਚੱਲਣਾ ਹੁੰਦਾ ਇੱਥੇ। ਤੇ ਹੁਣ ਗੱਲ ਵੀ ਕੋਸ਼ਿਸ਼ ਕਰਾਂਗੇ, ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਥੇ ਤੁਹਾਨੂੰ ਦਿਖਾਣ, ਮਾਤਾਵਾਂ ਭੈਣਾਂ ਵੀ ਇੱਥੇ ਆਈ ਹੋਈਆਂ ਨੇ। ਰਜਿੰਦਰ, ਇਹ ਤਸਵੀਰਾਂ ਕਾਫੀ ਕੁਝ ਆਪਣੇ ਆਪ ਵਿੱਚ ਬਿਆਨ ਕਰਦੀਆਂ ਨੇ। ਇੱਕ ਮਿੰਟ ਜੀ, ਥੋੜਾ ਇਹ ਜਿਹੜੇ ਮਾਤਾਵਾਂ ਇੱਥੇ ਆਈਆਂ ਨੇ ਜੀ ਲੰਗਰ ਦੀ ਸੇਵਾ ਵਾਸਤੇ, ਬੱਚੇ ਨਾਲ ਨੇ, ਬਜ਼ੁਰਗ ਨਾਲ ਨੇ, ਇਹ ਸਾਰਾ ਹੁਣੇ ਥੋੜੀ ਦੇਰ ਪਹਿਲਾਂ ਇੱਥੇ ਪਹੁੰਚੇ ਨੇ ਲੰਗਰ ਦੀ ਸੇਵਾ ਵਾਸਤੇ। ਤੇ ਬਾਰਿਸ਼, ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾਈਆਂ ਕਿ ਬਾਰਿਸ਼ ਹੱਲੇ ਵੀ ਚੱਲਦੀ ਪਈ ਹੈ। ਰਜਿੰਦਰ, ਜਿਹੜੀ ਬਾਰਿਸ਼ ਹੈ ਹੱਲੇ ਵੀ ਚੱਲ ਰਹੀ ਹੈ। ਕਿਤੇ ਨਾ ਕਿਤੇ ਮੁਸ਼ਕਿਲਾਂ ਬਹੁਤ ਨੇ ਜਦੋਂ ਬਾਰਿਸ਼ ਇਦਾਂ ਦੀ ਆਂਦੀ ਹੈ। ਕਾਫੀ ਇੱਥੇ ਸਮਾਨ ਜਿਹੜਾ ਹੈ, ਕਿਉਂਕਿ ਰਾਸ਼ਨ ਵੀ ਪਿਆ ਹੈ, ਸਿਲੰਡਰ ਪਏ ਨੇ, ਸਾਰਾ ਜਿਹੜਾ ਆਟਾ, ਦਾਲ, ਪਾਣੀ, ਸਾਰਾ ਕੁਝ ਇੱਥੇ ਪਿਆ। ਤੇ ਮੈਂ ਜਿਹੜਾ ਦਿਖਾਣ ਜਾ ਰਿਹਾ ਸੀ ਕਿ ਇਹ ਜਿਹੜਾ ਵੱਡਾ ਤਵਾ ਜਿਹਨੂੰ ਕਹਿੰਦੇ ਨੇ ਉਹ ਇੱਥੇ ਲਾਇਆ ਹੈ, ਔਰ ਹੋਰ ਵੀ ਕਾਫੀ ਇੱਥੇ ਸਮਾਨ ਇੱਥੇ ਪਹੁੰਚਿਆ ਹੈ ਜੀ। ਥੋੜੀ ਦੇਰ ਪਹਿਲਾਂ ਹੀ ਇੱਥੇ ਲੰਗਰ, ਕਿਉਂਕਿ ਚੱਲ ਰਿਹਾ 24 ਘੰਟੇ ਦਾ ਲੰਗਰ ਹੈ, 24 ਘੰਟੇ ਦਾ ਲੰਗਰ ਹੈ। ਗੱਲ ਕਰਾਂਗੇ ਕੁਝ ਮਹਿਲਾਵਾਂ ਨਾਲ, ਮਾਤਾਵਾਂ ਭੈਣਾਂ ਵੀ ਇੱਥੇ ਆਈਆਂ ਨੇ, ਪਹੁੰਚੀਆਂ ਨੇ, ਕੋਸ਼ਿਸ਼ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਆਏ ਤੁਸੀਂ? ਅਸੀਂ ਤਾਂ ਜ਼ਿਲ੍ਹੇ ਤੇ ਆਏ ਜੀ। ਅੱਛਾ ਜੀ, ਮੋਹਾਲੀ ਤੋਂ। 24 ਘੰਟੇ ਦਾ ਲੰਗਰ ਹੈ, ਹੁਣ ਸੇਵਾ ਮਹਿਲਾ ਨੇ ਵੀ ਕਮਾਨ ਸੰਭਾਲੀ ਹੋਈ ਹੈ ਇੱਥੇ। ਹਾਂਜੀ ਹਾਂਜੀ, ਸੰਭਾਲੀ ਹੋਈ ਹੈ ਜੀ। ਸਾਰੇ ਬੱਚੇ ਵੀ ਸਾਡੇ ਨਾਲ ਹੈ ਜੀ, ਅਸੀਂ ਉਦੋਂ ਦੇ ਇੱਥੇ ਹੀ ਬੈਠੇ ਆ ਜੀ। ਮੇਰਾ ਨਾਮ ਯੁਵਰਾਜ। ਹਾਂਜੀ, ਕੀ ਨਾਮ ਹੈ? ਯੁਵਰਾਜ ਸਿੰਘ। ਯੁਵਰਾਜ ਸਿੰਘ, ਇਹ ਛੋਟਾ ਦੇਖੋ ਯੁਵਰਾਜ ਸਿੰਘ ਇੱਥੇ ਪਹੁੰਚਿਆ ਹੋਇਆ। ਇਹ ਬਜ਼ੁਰਗ ਮਾਤਾ ਵੀ ਹੈ ਸਾਡੇ ਨਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਸੀਂ ਪਿੰਡ ਚਿੱਲੋ ਤੋਂ ਆ ਗਏ, ਮੋਹਾਲੀ ਤੋਂ। ਤੇ ਹੁਣ ਸਾਰੀ ਕਮਾਨ, ਰਾਸ਼ਨ ਪਾਣੀ, ਇਹ ਲੰਗਰ ਦੀ ਸੇਵਾ ਸੰਭਾਲੀ। ਹਾਂਜੀ ਹਾਂਜੀ, ਅਸੀਂ ਪਿਛਲੀ 26 ਤਰੀਕ ਤੋਂ ਆਏ ਹਾਂ ਇੱਥੇ। ਇਹ ਸਾਡੇ ਬੱਚੇ ਆ, ਇਹਨਾਂ ਨੇ ਸੰਭਾਲੀ ਹੋਈ ਸਾਰੀ। ਇਹਨਾਂ ਤੋਂ ਪੁੱਛੋ ਉਮੇਸ਼, ਦਿੱਕਤ ਨਹੀਂ ਹੋ ਰਹੀ? ਇੰਨੀ तेज बारिश हो रही है, कड़ाके की ठंड लगातार जारी, जी नहीं करता वापस चले जाइए? अपना चाह बनाने हैं पहले, फिर सवेरे नाश्ता, दोपहर। ਹਿਸਾਬ ਨਾਲ ਮੁਸ਼ਕਿਲਾਂ ਮੈਨੇ ਅਪੀਲ ਕੀਤੀ ਗਈ ਸੀ ਕਿ ਬਜ਼ੁਰਗ ਹੈਗੇ ਨੇ ਜਿਹੜੇ ਛੋਟੇ ਬੱਚੇ ਚਲੇ ਜਾਣ, ਤੇ ਬਾਰਿਸ਼ ਹੀ ਬੜੀ ਤੇਜ਼ ਹੈ। ਹਾਂਜੀ, ਕੋਈ ਮੁਸ਼ਕਲ ਨਹੀਂ ਸਾਨੂੰ, ਕੋਈ ਮੁਸ਼ਕਲ ਨਾ ਜੀ। ਅਸੀਂ ਕੋਈ ਨਹੀਂ ਗਿਆ ਇੱਥੇ, ਸਾਰੇ ਇੱਥੇ बिल्कुल, यानी कि कोई मुश्किल नहीं, ਕੁਝ ਵੀ ਹੋ ਰਿਹਾ, हौसले बुलंद। ਕੋਈ ਬੱਚਾ ਨਹੀਂ ਜਾ ਰਿਹਾ, ਸਾਡੇ ਨਾਲ ਬੱਚੇ ਨੇ। और इसी ਦੀਆਂ ਤਸਵੀਰਾਂ ਇਸ ਵਕਤ ਸਿੰਘੂ ਬਾਰਡਰ ਤੋਂ ਤੁਸੀਂ ਵੇਖ ਰਹੇ ਹੋ, ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ, ਲੇਕਿਨ ਉਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮਹਿਲਾਵਾਂ, ਬਜ਼ੁਰਗ, ਨੌਜਵਾਨ, ਬੱਚੇ ਡਟੇ ਹੋਏ ਨੇ। साफ कह देता है कि जित तो बाद ही वापस परतांगे, लेकिन दिक्कतां जरूर बारिश के चलते हो रही ने जी। और नपिंदर भी जुड़े हुए ने ਸਿੰਘੂ ਬਾਰਡਰ ਦੇ ਦੂਜੇ ਪਾਸੇ। नपिंदर, तेज बारिश ਸਿੰਘੂ ਬਾਰਡਰ ਦੇ ਇੱਕ ਪਾਸੇ, ਤੁਹਾਡੇ ਵਾਲੇ ਪਾਸੇ ਕੀ ਤਸਵੀਰ ਇਸ ਵਕਤ ਨਜ਼ਰ ਆ ਰਹੀ ਹੈ? ਬਾਰਿਸ਼ ਦੇ ਕਾਰਨ ਕਿੰਨੀ ਦਿੱਕਤਾਂ ਕਿਸਾਨਾਂ ਨੂੰ ਹੋ ਰਹੀਆਂ ਨੇ? ਦੇਖੋ, ਇੱਕੋ ਮਿੰਟ ਦੇ ਵਿੱਚ ਤਸਵੀਰ ਬਦਲੀ ਆ। 2 ਮਿੰਟ ਪਹਿਲਾਂ ਇੱਕਦਮ ਤੇਜ਼ ਬਾਰਿਸ਼ ਸ਼ੁਰੂ ਹੋਈ ਸੀ, ਪਰ ਹੁਣ ਇੱਕ ਵਾਰੀ ਫਿਰ ਤੋਂ ਅਸਮਾਨ ਸਾਫ਼ ਹੋ ਗਿਆ ਕੁਝ ਸਕਿੰਟਾਂ ਦੇ ਵਿੱਚ ਹੀ। ਤਾਂ ਇਹ ਹਾਲਾਤ ਜਿਹੜੇ ਇੱਥੇ, ਚਾਹੇ ਉਹ ਧੁੱਪ ਆਉਂਦੀ ਹੋਵੇ, ਚਾਹੇ ਛਾਂ ਆਉਂਦੀ ਹੋਵੇ, ਚਾਹੇ ਰਾਤ ਪੈਂਦੀ ਹੋਵੇ, ਤੇ ਚਾਹੇ ਠੰਡ ਹੋਵੇ, ਧੁੰਦ ਹੋਵੇ, ਮੀਂਹ ਹੋਵੇ, ਇੱਥੇ ਇਕੱਠ ਉਸੇ ਤਰ੍ਹਾਂ ਰਹਿਣਾ। ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਤੁਸੀਂ ਦੇਖੋ, ਦੂਰ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ, ਉਸੇ ਤਰ੍ਹਾਂ ਤੁਹਾਨੂੰ ਜਿਹੜੇ ਕਿਸਾਨ ਨੇ, ਚਾਹੇ ਜਿਹੜੀ ਸੰਗਤ ਹੈ, ਉਹ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਹੈ। ਔਰ ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਜ਼ਰੂਰ ਥੋੜੀ ਦੇਰ ਲਈ ਸੱਜੇ ਖੱਬੇ, ਕਿਉਂਕਿ ਬਾਰਿਸ਼ ਦੇ ਵਿੱਚ ਕਿਤੇ ਨਾ ਕਿਤੇ ਮੈਨੇਜ ਕਰਦੇ ਨੇ। ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਡੇ ਸਾਥੀ ਉਮੇਸ਼ ਤੋਂ ਜ਼ਿਕਰ ਕਰ ਰਹੇ ਸੀ ਕਿ ਕੀ ਇਹਨਾਂ ਦੇ ਅਗਰ ਮੀਂਹ ਪੈਂਦਾ, ਬਾਰਿਸ਼ ਹੁੰਦੀ ਹੈ, ਤਾਂ ਕੀ ਇਹਨਾਂ ਦੇ ਬਾਰਿਸ਼ ਤੋਂ ਬਚਣ ਦੇ ਲਈ, ਮੀਂਹ ਤੋਂ ਬਚਣ ਦੇ ਲਈ ਪ੍ਰਬੰਧ ਹੈ? ਤਾਂ ਦੇਖੋ,
ਵੱਡੇ ਵੱਡੇ ਟੈਂਟ ਲੱਗੇ ਹੋਏ ਨੇ, ਇਹਨਾਂ ਨੇ ਖੂਬ ਇੰਤਜ਼ਾਮ ਕੀਤੇ ਹੋਏ ਨੇ, ਕਿਉਂਕਿ ਰਾਤ ਨੂੰ ਵੀ ਇੱਥੇ ਹੀ ਜਿਹੜੀ ਰਾਤ ਕੱਟਦੇ ਨੇ ਕਿਸਾਨ, ਤੇ ਇਸ ਕਰਕੇ ਪ੍ਰਬੰਧ ਪ੍ਰੋਪਰ ਕੀਤੇ ਹੋਏ ਨੇ। ਔਰ ਕਿਉਂਕਿ ਲੰਗਰਾਂ ਦੇ ਲਈ ਵੱਖਰੇ ਜਿਹੜੇ ਟੈਂਟ ਲਗਾਏ ਗਏ ਨੇ, ਤਾਂ ਜਦੋਂ ਇਸ ਤਰ੍ਹਾਂ ਦਾ ਹਾਲਾਤ ਪੈਦਾ ਹੋ ਜਾਂਦੇ, ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਆ, ਤਾਂ ਉਦੋਂ ਕਿਸੇ ਵੀ ਪਾਸੇ ਜਿਹੜਾ ਹੈਗਾ ਇਹ ਆਪਸ ਦੇ ਵਿੱਚ ਮੈਨੇਜ ਕੀਤਾ ਜਾਂਦਾ ਹੈ। ਜਿਹੜੇ ਟੈਂਟ ਨੇ ਇਹਨਾਂ ਦੇ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ। ਔਰ ਦੇਖੋ ਸਵੇਰ ਦਾ ਵੇਲਾ ਔਰ ਲੰਗਰ ਜਿਹੜੇ ਕਿਉਂਕਿ ਬ੍ਰੇਕਫਾਸਟ ਹੈ ਤਾਂ ਉਹਦੇ ਲਈ ਪ੍ਰਬੰਧ ਕੀਤਾ ਗਿਆ। ਔਰ ਸੰਗਤ ਇੱਥੇ ਇਹ ਇੱਕ ਲੰਗਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਜਿਹੜਾ ਕਰੀਬ 9-10 ਕਿਲੋਮੀਟਰ ਲੰਬਾ ਸਿੰਘੂ ਬਾਰਡਰ ਤੇ ਜਿਹੜਾ ਕਿਸਾਨਾਂ ਦਾ ਸੰਘਰਸ਼ ਦਾ ਏਰੀਆ, ਜਿਹੜਾ ਪ੍ਰੋਟੈਸਟ ਹੈ, ਜਿਹੜਾ ਕਹਿ ਸਕਦੇ ਇੱਕ ਕਾਫਲਾ ਇੱਕ 10 ਕਿਲੋਮੀਟਰ ਲੰਬਾ ਜਿਹੜਾ ਕਹਿ ਸਕਦੇ ਟਰਾਲੀਆਂ ਖੜੀਆਂ ਨੇ, ਉਹ ਕਰੀਬ 10 ਕਿਲੋਮੀਟਰ ਦਾ ਏਰੀਆ, ਤੇ ਪੂਰੇ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਤਸਵੀਰ ਨਜ਼ਰ ਆਏਗੀ। ਔਰ ਅਲੱਗ-ਅਲੱਗ ਤਰ੍ਹਾਂ ਦੇ ਲਗਾਤਾਰ ਹੀ ਤਸਵੀਰਾਂ ਦਿਖਾ ਰਹੇ ਹਾਂ, ਅਲੱਗ-ਅਲੱਗ ਤਰ੍ਹਾਂ ਦੇ ਲੰਗਰ, ਜਿਸ ਤਰ੍ਹਾਂ ਦੀ ਕਿਸੇ ਨੂੰ ਜ਼ਰੂਰਤ ਹੈ, ਜਿਸ ਤਰ੍ਹਾਂ ਦਾ ਕਿਸੇ ਨੂੰ ਜਿਹੜਾ ਹੈਗਾ ਪਸੰਦ ਆ, ਉਸੇ ਤਰ੍ਹਾਂ ਦਾ ਲੰਗਰ ਇੱਥੇ ਪ੍ਰਬੰਧ ਕੀਤਾ ਗਿਆ। ਜਿਹੜੇ ਸੰਗਤ ਦੇ ਉਤਸ਼ਾਹ ਦੀ ਗੱਲ ਹੈ, ਦੇਖੋ 2-3 ਚੀਜ਼ਾਂ ਮੁੱਖ ਹੁੰਦੀਆਂ ਨੇ। ਇੱਕ ਤਾਂ ਜਿਹੜੇ ਪਹਿਲਾਂ ਤਾਂ ਘਰ ਤੋਂ ਆਏ ਨੇ, ਉਹਨਾਂ ਨੇ ਸਾਫ਼ ਤੌਰ ਤੇ ਘਰੋਂ ਇਹੀ ਸੋਚ ਕੇ ਆਏ ਨੇ ਕਿ ਅਸੀਂ ਸੰਘਰਸ਼ ਦਾ ਹਿੱਸਾ ਬਣਨਾ ਹੈ ਔਰ ਜਿੱਤ ਕੇ ਵਾਪਸ ਆਉਣਾ ਹੈ। ਕਈ ਲੋਕ ਜਿਹੜੇ ਐਸੇ ਨੇ ਬੜੇ ਜ਼ਰੂਰੀ ਕੰਮ ਛੱਡ ਕੇ ਆਏ ਨੇ। ਕਈ ਜਿਸ ਤਰ੍ਹਾਂ ਅਸੀਂ ਪਹਿਲਾਂ ਤਸਵੀਰਾਂ ਦਿਖਾਈਆਂ ਸੀ, ਵਿਦੇਸ਼ਾਂ ਤੋਂ ਆਏ ਨੇ, ਸਿੱਧੇ ਵਿਦੇਸ਼ ਤੋਂ, ਚਾਹੇ ਉਹ ਕੈਨੇਡਾ ਤੋਂ ਆਉਂਦੇ ਹੋਣ, ਚਾਹੇ ਉਹ ਜਰਮਨੀ ਤੋਂ ਆਉਂਦੇ ਹੋਣ, ਸਿੱਧੇ ਦਿੱਲੀ 에ਅਰਪੋਰਟ ਤੇ ਉਤਰਦੇ ਨੇ, ਦਿੱਲੀ 에ਅਰਪੋਰਟ ਤੋਂ ਸਿੱਧੇ ਸਿੰਘੂ ਬਾਰਡਰ ਤੇ ਆ ਜਾਂਦੇ ਨੇ, ਇੱਥੇ ਆ ਕੇ ਪਹੁੰਚਦੇ ਨੇ। ਤਾਂ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜੇ ਲੋਕ ਸਪੈਸ਼ਲੀ ਵਿਦੇਸ਼ਾਂ ਤੋਂ ਪਹੁੰਚ ਰਹੇ ਨੇ ਜਾਂ ਘਰਾਂ ਦੇ ਕੰਮ ਛੱਡ ਕੇ ਆ ਰਹੇ ਨੇ, ਤਾਂ ਉਹ ਜ਼ਿਹਨ ਦੇ ਵਿੱਚ ਕੀ ਚੀਜ਼ ਸੋਚ ਕੇ ਇੱਥੇ ਉਹ ਲਗਾਤਾਰ ਇਕੱਤਰ ਹੋ ਰਹੇ ਨੇ। ਔਰ ਦੂਜਾ ਉਹਨਾਂ ਦੇ ਖਾਣ ਪੀਣ ਦੇ ਲਈ, ਕਿਉਂਕਿ ਦੇਖੋ ਖਾਣ ਪੀਣਾ ਬਹੁਤ ਜ਼ਰੂਰੀ ਆ, ਕਿਉਂਕਿ ਲਗਾਤਾਰ ਇੱਥੇ ਲੰਮਾ ਸੰਘਰਸ਼ ਪਤਾ ਨਹੀਂ ਕਿੰਨੇ ਦਿਨ ਜਿਹੜਾ ਚੱਲਣਾ ਹੈ, ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ, ਤੇ ਇਸ ਕਰਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਔਰ ਰਹਿਣ ਦੇ ਲਈ ਹਾਲਾਂਕਿ ਆਪਣੇ ਇਲਾਕੇ ਦੀਆਂ ਟਰਾਲੀਆਂ ਨੇ, ਟਰਾਲੀਆਂ ਦੇ ਵਿੱਚ ਪੂਰੇ ਅਰੇਂਜਮੈਂਟ ਕੀਤੇ ਗਏ ਨੇ, ਪਰ ਇਸ ਤੋਂ ਇਲਾਵਾ ਵੱਡੇ ਵੱਡੇ ਟੈਂਟ ਜਿਹੜੇ ਨੇ, ਤੰਬੂ ਨੇ, ਉਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਜਿਹੜੀ ਸੰਗਤ ਵੱਖਰੇ ਤੌਰ ਤੇ ਆਉਂਦੀ ਹੈ, ਜਿਹਦੇ ਕੋਲ ਕੋਈ ਪ੍ਰਬੰਧ ਨਹੀਂ ਹੈ, ਉਹਨਾਂ ਦੇ ਲਈ ਸੈਪਰੇਟਲੀ ਵੀ ਜਿਹੜੇ ਟੈਂਟ ਨੇ ਉਹ ਅਰੇਂਜ ਕੀਤੇ ਗਏ ਨੇ। ਤੁਸੀਂ ਦੇਖ ਸਕਦੇ ਕਿ ਤੁਹਾਨੂੰ ਇਸ ਤਰ੍ਹਾਂ ਹੁਣ ਸਵੇਰ ਦਾ ਵੇਲਾ ਠੰਡ ਹੈ ਤਾਂ ਚਾਹ ਦਾ ਪ੍ਰਬੰਧ ਨਾਲ ਤੇ ਹੋਰ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ। ਭਾਈ ਜੀ ਕਿੱਥੋਂ ਆਏ ਹੋ? ਮਾਨਸਾ ਤੋਂ ਹੈ ਜੀ। ਮਾਨਸਾ ਤੋਂ ਕਦੋਂ ਤੋਂ ਆਏ ਹੋ? ਮੈਂ ਲਗਾਤਾਰ 10 ਦਿਨਾਂ ਤੋਂ ਇੱਥੇ ਹੀ ਆ ਜੀ। ਭਾਈ ਜੀ ਜਦੋਂ ਮੀਂਹ ਪੈਣ ਲੱਗ ਜਾਂਦਾ, ਕਦੇ ਠੰਡ ਵੀ ਰਾਤ ਨੂੰ ਹੋ ਜਾਂਦੀ ਹੈ, ਬਜ਼ੁਰਗ ਵੀ ਇੱਥੇ ਨੇ, ਐਸੇ ਮਾਹੌਲ ਦੇ ਵਿੱਚ ਕੀ ਲੱਗਦਾ ਹੈ ਕਿ ਕਿੰਨੀਆਂ ਕੁ ਦਿੱਕਤਾਂ ਨੇ ਇੱਥੇ? ਪਰਮਾਤਮਾ ਬਖਸ਼ਦਾ ਜੀ, ਇੱਥੇ ਪਰਮਾਤਮਾ ਆਪ ਵਰਤ ਰਿਹਾਗਾ, ਕੋਈ ਦਿੱਕਤਾਂ ਨਹੀਂ। ਜੋ ਸੰਗਤ ਆ ਬੜੇ ਅਨੁਸ਼ਾਸਨ ਦੇ ਵਿੱਚ, ਚਾਹ ਦਾ ਦੇਖੋ ਸਵੇਰੇ ਸਵੇਰੇ ਠੰਡ ਦੇ ਵਿੱਚ ਚਾਹ ਛਕ ਰਹੇ ਆ, ਪ੍ਰਸ਼ਾਦੇ ਚੱਲ ਰਹੇ ਆ, ਪਰੌਠੇ ਚੱਲ ਰਹੇ ਆ। ਜਿੱਤਾਂਗੇ, ਪ੍ਰਮਾਤਮਾ ਸਾਡੇ ਨਾਲ ਆਗਾ, ਸੰਗਤ ਸਾਡੇ ਨਾਲ ਆ, ਜਿੱਤ ਕੇ ਜਾਣਾ ਇੱਥੋਂ। ਕਿੰਨੀਆਂ ਮਰਜ਼ੀ ਦਿੱਕਤ ਆ ਜਾਣ, ਮੋਦੀ ਨੂੰ ਝੁਕਾ ਕੇ ਜਾਵਾਂਗੇ। ਕੱਲ ਦੀ ਮੀਟਿੰਗ ਤੋਂ ਕਿੰਨੀਆਂ ਕੁ ਉਮੀਦਾਂ ਨੇ ਜੀ? ਕਿਉਂਕਿ ਜਿਹੜੀ ਪਿਛਲੀ ਮੀਟਿੰਗ ਸੀ ਉਸ ਤੋਂ ਕੁਝ ਉਮੀਦਾਂ ਵਧੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ, ਜਾਂ ਜਿਹੜੇ ਤੁਹਾਨੂੰ ਸੁਣਨ ਵਾਲੇ ਦੇਖਣ ਵਾਲੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਵੀ ਕੱਲ ਦੀ ਮੀਟਿੰਗ ਚੋਂ ਕਾਫੀ ਉਮੀਦਾਂ ਆ ਸਕਦੀਆਂ ਨੇ, ਕੋਈ ਪੋਜ਼ਿਟਿਵ ਸੁਨੇਹਾ ਆ ਸਕਦਾ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਨਾਲੇ ਵੀ ਕਿਹਾ ਕਿ ਲੰਮਾ ਜਾ ਸਕਦਾ ਸੰਘਰਸ਼। ਇਹ ਸਿਰਟ ਤੇ ਸਿਦਕ ਦੇਖ ਰਹੇ ਆ। 2 ਬਿੱਲਾਂ ਤੋਂ ਤਾਂ ਜਿਹੜੇ ਆਏ ਨਹੀਂ ਸੀ ਅਜੇ, ਉਹਨਾਂ ਤੋਂ ਭੱਜ ਗਏ। ਇਹ ਤਿੰਨੇ ਵੀ ਵਾਪਸ ਹੋਣਗੇ। ਇੱਕ ਤਾਂ ਅਮੈਂਡਮੈਂਟ ਕੀਤੀ, ਵਾਪਸ ਕਰਾ ਕੇ ਹਟਾਂਗੇ। ਲਾਣ ਆਗਾ ਸਾਨੂੰ ਜਿੰਨਾ ਮਰਜ਼ੀ ਪਰਖ ਲੈਣ, ਲੰਮੀਆਂ ਲੜਾਈਆਂ ਲੜੀਆਂ ਸਦਾ ਪੰਜਾਬ ਨੇ, ਹੁਣ ਤਾਂ ਸਮੁੱਚਾ ਦੇਸ਼ ਆ, ਪੰਜਾਬ ਅਗਵਾਈ ਕਰ ਰਿਹਾਗਾ। ਝੁਕਣਾ ਪਊਗਾ, ਕੱਲ ਨਹੀਂ ਪਰਸੋਂ ਨਹੀਂ, ਭਾਵੇਂ 6 ਮਹੀਨਾ ਲੰਮਾ ਚੱਲੇ। ਸਭ ਕਹਿ ਕੇ ਆਏ ਆ ਕਿ ਜਿੱਤ ਕੇ ਆਵਾਂਗੇ ਤੇ ਜਿੱਤ ਕੇ ਜਾਵਾਂਗੇ। ਅਸੀਂ ਕੋਈ ਨਵਾਂ ਤਾਂ ਲੈਣ ਨਹੀਂ ਆਏ, ਅਸੀਂ ਤਾਂ ਜੋ ਮੱਲੋ ਮੱਲੀ ਸਾਨੂੰ ਦਿੱਤਾ ਜਾ ਰਿਹਾ ਉਹਨੂੰ ਰੱਦ ਕਰਾਉਣ ਆਏ ਆ। ਜਿਹੜਾ ਸਾਨੂੰ, ਅਸੀਂ ਖੇਤੀ ਕਰਨ ਵਾਲੇ ਸਾਨੂੰ ਪਤਾ, ਤੇ 에ਅਰ ਕੰਡੀਸ਼ਨਾਂ 'ਚ ਬੈਠਣ ਵਾਲੇ ਸਾਨੂੰ ਬਿੱਲਾਂ ਬਾਰੇ ਸਮਝਾ ਰਹੇ ਆ, ਜਿਨ੍ਹਾਂ ਨੂੰ ਖੇਤੀ ਦਾ ਡੱਕਾ ਹੀ ਨਹੀਂ ਪਤਾ। ਅਮਨ ਸ਼ਾਂਤੀ ਬਣਾਈ ਰੱਖਣਾ, ਜਿਸ ਤਰ੍ਹਾਂ ਹੁਣ ਤੱਕ ਦੇਖਿਆ ਗਿਆ ਜੀ, ਅਮਨ ਸ਼ਾਂਤੀ ਬਣਾ ਕੇ ਰੱਖੀ ਗਈ ਹੈ। ਔਰ ਇਹੀ ਮੰਨਿਆ ਜਾ ਰਿਹਾ ਕਿ ਅਗਰ ਇਹ ਸੰਘਰਸ਼ ਇਹਨਾਂ ਦਿਨਾਂ ਤੋਂ ਚੱਲ ਰਿਹਾ ਤਾਂ ਉਹਦਾ ਇੱਕ ਵੱਡਾ ਕਾਰਨ ਇਹੀ ਹੈ ਕਿ ਕਿਸੇ ਕਿਸਮ ਦੀ ਹਿੰਸਾ ਤੋਂ ਜਿਹੜਾ ਹੈਗਾ ਬਚਾ ਰੱਖਿਆ ਗਿਆ। ਤਾਂ ਇਸ ਪੂਰੀ ਸਥਿਤੀ ਦੇ ਵਿੱਚ ਉਹ ਕਿਉਂਕਿ ਲਗਾਤਾਰ ਇਸ ਤਰ੍ਹਾਂ ਦਾ ਵੀ ਖਬਰਾਂ ਆ ਰਹੀਆਂ, ਤੁਹਾਡੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਸ਼ੰਕਾ ਜਤਾ ਰਹੇ ਨੇ ਕਿ ਤੇ ਮਾਹੌਲ ਖਰਾਬ ਨਾ ਹੋ ਜਾਏ, ਖਰਾਬ ਨਾ ਕਰ ਦਿੱਤਾ ਜਾਵੇ। ਤਾਂ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿ ਮਾਹੌਲ ਕਿਵੇਂ ਕਾਬੂ ਦੇ ਵਿੱਚ ਰੱਖਣਾ ਆਪਣੇ ਲੈਵਲ ਤੇ ਜ਼ਿੰਮੇਵਾਰੀ? ਸਾਰੀ ਟਰਾਲੀ ਦੇ ਵਿੱਚ ਲੈ ਕਿ ਜਿੰਨੇ ਆਇਆ, ਪਿੰਡ ਪਿੰਡ ਦਾ ਆਪਦਾ ਅਨੁਸ਼ਾਸਨ ਆ ਜੀ। ਹਰੇਕ ਬੰਦੇ ਨੇ ਕਿਹਾ ਹੋਇਆਗਾ। ਤੁਸੀਂ ਵੇਖੋਗੇ ਐਡਾ ਲੰਮਾ ਸੰਘਰਸ਼ ਪਹਿਲਾਂ ਪੰਜਾਬ ਤੋਂ ਚੱਲਿਆ, ਹੁਣ ਤਾਂ ਮਹੀਨੇ ਤੋਂ ਉੱਪਰ ਇੱਥੇ ਹੋ ਗਿਆ। ਸ਼ਾਂਤੀ ਦੇ ਨਾਲ ਇੱਕ ਪਾਸੇ ਗੁਰਬਾਣੀ ਦਾ ਪ੍ਰਵਾਹ ਚੱਲਦਾ, ਦੂਜੇ ਪਾਸੇ ਹੱਕਾਂ ਦੀ ਗੱਲ ਹੁੰਦੀ ਆ। ਕਿਸੇ ਕਿਸਮ ਦੀ ਕੋਈ ਮਰਜ਼ੀ ਚਾਲ ਸਰਕਾਰ ਚੱਲ ਰਹੇ ਫੇਲ ਹੋ। ਬਿਲਕੁਲ ਨਪਿੰਦਰ, ਬੜੇ ਅਨੁਸ਼ਾਸਿਤ ਢੰਗ ਦੇ ਨਾਲ ਇਹ ਕਿਸਾਨ ਅੰਦੋਲਨ ਚੱਲ ਰਿਹਾ, ਜਿਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ। ਖੁਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਸ ਦੀ ਸ਼ਲਾਘਾ ਕਰ ਚੁੱਕੇ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਸ਼ਲਾਘਾ ਕੀਤੀ। ਲੇਕਿਨ ਨਪਿੰਦਰ, ਲਗਾਤਾਰ ਮੰਦਭਾਗੀ ਖਬਰਾਂ ਵੀ ਆ ਰਹੀਆਂ ਨੇ। 24 ਘੰਟਿਆਂ ਦੇ ਅੰਦਰ 4 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਹੋਰ ਕੱਲ ਦੀ ਮੀਟਿੰਗ ਵਿੱਚ ਜੇ ਕੁਝ ਹੱਲ ਨਾ ਨਿਕਲਿਆ ਤਾਂ ਜ਼ਾਹਿਰ ਤੌਰ ਤੇ ਅੰਦੋਲਨ ਲੰਬਾ ਚੱਲ ਸਕਦਾ ਹੈ।
ਦੇਖੋ, ਇਹ ਬੜੀ ਦੁੱਖ ਦੀ ਗੱਲ ਹੈ। ਲਗਾਤਾਰ 50 ਤੋਂ ਉੱਪਰ 53 ਕਿਸਾਨ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਇੱਕ ਹੋਰ ਡੈਥ ਹੋ ਗਈ ਹੈ। ਇਹ ਅੰਕੜਾ 55 ਹੋ ਸਕਦਾ ਹੈ ਔਰ ਪ੍ਰਮਾਤਮਾ ਮਿਹਰ ਕਰੇ ਇਸ ਤੋਂ ਅੱਗੇ ਅੰਕੜਾ ਨਾ ਵਧੇ। ਪਰ ਹੁਣ ਤੱਕ ਜਿਹੜੀ ਜਾਣਕਾਰੀ ਹੈ ਉਹ 55 ਤੇ ਜਿਹੜਾ ਅੰਕੜਾ ਹੈਗਾ ਪਹੁੰਚ ਚੁੱਕਿਆ। ਅਜੇ ਹੋ ਸਕਦਾ ਸਾਡੇ ਕੋਲੇ ਕੋਈ ਹੋਰ ਅਪਡੇਟ ਜਿਹੜੀ ਆਉਣ ਵਾਲੀ ਬਾਕੀ ਹੋਵੇ। ਅੱਜ ਇਕੱਲੇ ਸਿੰਘੂ ਬਾਰਡਰ ਤੇ 2 ਕਿਸਾਨਾਂ ਦੀ ਜਾਨ ਚਲੀ ਗਈ ਹੈ। ਦੇਖੋ, ਕਈ ਕਾਰਨ ਨੇ ਕਿ ਇੱਕ ਤਾਂ ਮੌਸਮ ਉਦਾਂ ਦਾ, ਠੰਡ ਬਹੁਤ ਜ਼ਿਆਦਾ ਹੈ, ਔਰ ਦੂਜਾ ਜਿਸ ਤਰ੍ਹਾਂ ਹਾਰਟ ਅਟੈਕ ਦੀ ਨਾਲ ਵੀ ਇੱਕ ਨੌਜਵਾਨ ਕਿਸਾਨ ਦੀ ਜਿਹੜੀ ਕੱਲ ਮੌਤ ਹੋ ਗਈ। ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਸੰਘਰਸ਼ ਦੇ ਵਿੱਚ ਉਦੋਂ ਮਾਹੌਲ ਆ ਜਿਹੜਾ ਉਹ ਗਮਗੀਨ ਹੋ ਜਾਂਦਾ। ਔਰ ਇਹੀ ਕਾਰਨ ਹੈ ਕਿ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇਹ ਮੌਤਾਂ ਦਾ ਅੰਕੜਾ ਅੱਗੇ ਨਾ ਵਧੇ। ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਲੈ ਕੇ ਇੱਥੇ ਪਹੁੰਚੇ ਨੇ, ਜਿਹੜੇ ਕਹਿੰਦੇ ਨੇ ਕਿ ਕੇਂਦਰੀ ਖੇਤੀ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣ। ਅਗਰ ਇਸ ਸੰਘਰਸ਼ ਦੇ ਦੌਰਾਨ ਇਸੇ ਤਰ੍ਹਾਂ ਮੌਤਾਂ ਹੁੰਦੀਆਂ ਨੇ ਤਾਂ ਉਹਦੇ ਨਾਲ ਬੜਾ ਇੱਕ ਔਰ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਹੋਏ। ਨਪਿੰਦਰ ਬਣੇ ਰਹੋ ਸਾਡੇ ਨਾਲ। ਟਿਕਰੀ ਬਾਰਡਰ ਦਾ ਇੱਕ ਵਾਰ ਫਿਰ ਰੁਕ ਕਰਾਂਗੇ। ਲਗਾਤਾਰ ਅਰਸ਼ਦੀਪ ਵੀ ਸਾਡੇ ਨਾਲ ਜੁੜੇ ਹੋਏ ਨੇ। ਅਰਸ਼ਦੀਪ, ਇਸ ਵਕਤ ਕੀ ਕੁਝ ਤਾਜ਼ਾ ਤਸਵੀਰਾਂ? ਹੁਣ ਤੋਂ ਕੁਝ ਸਮਾਂ ਪਹਿਲਾਂ ਬਾਰਿਸ਼ ਹੋ ਰਹੀ ਸੀ, ਬਾਰਿਸ਼ ਨੇ ਜ਼ਰੂਰ ਦਿੱਕਤਾਂ ਵਧਾਈਆਂ ਹੋਣੀਆਂ। ਪਾਣੀ ਨਿਕਲਣ ਦਾ ਇੱਥੇ ਕੀ ਇੰਤਜ਼ਾਮ ਹੈ? ਰਹਿਣ ਦਾ ਇੰਤਜ਼ਾਮ ਤਾਂ ਹੋ ਗਿਆ, ਤਿਰਪਾਲਾਂ ਪਾ ਲਈਆਂ ਗਈਆਂ ਨੇ, ਰਹਿਣ ਦਾ ਪ੍ਰਬੰਧ ਕਰ ਲਿਆ ਗਿਆ, ਲੇਕਿਨ ਬਾਰਿਸ਼ ਦਾ ਜਿਹੜਾ ਪਾਣੀ ਹੈ ਉਸ ਦੇ ਨਿਕਲਣ ਦਾ ਵੀ ਇੰਤਜ਼ਾਮ ਹੈ ਪ੍ਰੋਪਰ? ਜੀ ਰਜਿੰਦਰ, ਬਾਰਿਸ਼ ਇਸ ਵੇਲੇ ਰੁਕ ਗਈ ਹੈ। ਪਿਛਲੇ 2 ਦਿਨਾਂ ਦੇ ਵਿੱਚ ਜ਼ਿਆਦਾ ਬਾਰਿਸ਼ ਨਹੀਂ ਹੋਈ। ਤੁਸੀਂ ਦੇਖ ਸਕਦੇ ਹੋ ਕਿ ਇਹ ਹਾਈਵੇ ਦੇ ਉੱਤੇ ਇਹ ਟਰਾਲੀਆਂ ਲੱਗੀਆਂ ਹੋਈਆਂ ਨੇ ਤੇ ਜੇ ਅਸੀਂ ਪਾਣੀ ਨਿਕਲਣ ਦੀ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜੇ ਡਰੇਨ ਹੈਗੀ ਆ ਪਾਣੀ ਨਿਕਲਣ ਦੇ ਲਈ, ਅਗਰ ਜ਼ਿਆਦਾ ਪਾਣੀ ਆਉਂਦਾ, ਲੇਕਿਨ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬਾਲਣ ਹੈ, ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ ਨੇ, ਉਸ ਦੀ ਦਿੱਕਤ ਜ਼ਰੂਰ ਹੋ ਸਕਦੀ ਹੈ ਕਿਉਂਕਿ ਲੱਕੜਾਂ ਜਿਹੜੀਆਂ ਨੇ ਉਹ ਬਾਲੀਆਂ ਹੋ ਜਾਣਗੀਆਂ। ਬਾਪੂ ਜੀ, ਜੇ ਪਾਣੀ ਜ਼ਿਆਦਾ ਹੋ ਜਾਂਦਾ, ਬਾਰਿਸ਼ ਜ਼ਿਆਦਾ ਹੁੰਦੀ ਹੈ, ਪਾਣੀ ਨਿਕਲਣ ਦਾ ਕੀ ਇੰਤਜ਼ਾਮ ਹੈ? ਪਾਣੀ ਜਾਂ ਨਾਲੇ ਵਿੱਚ ਕੱਢ ਦਈਦਾ ਜੀ, ਨਾਲ ਪੱਟ ਕੇ ਇੱਥੋਂ ਦੀ ਕੱਢ ਦਈਦਾ। ਅੱਛਾ, ਪੱਟ ਕੇ? ਹਾਂਜੀ, ਪੱਟ ਕੇ। ਤਾਂ ਇੰਤਜ਼ਾਮ ਜਿਹੜੇ ਨੇ ਉਹ ਆਪਣੇ ਆਪ ਵੀ ਜਿਵੇਂ ਕਰ ਲਏ ਜਾਂਦੇ ਨੇ। ਤਾਂ ਜਿਵੇਂ ਕਿਸਾਨਾਂ ਨੇ ਇੱਥੇ ਰਹਿਣ ਦਾ ਇੰਤਜ਼ਾਮ ਕੀਤਾ, ਉਹਨਾਂ ਨੇ ਇਹ ਵੀ ਕਿਹਾ ਕਿ ਜਿਵੇਂ ਡਰੇਨ ਨੇ, ਅਗਰ ਜ਼ਿਆਦਾ ਜ਼ਰੂਰਤ ਪਵੇਗੀ ਤਾਂ ਜਿਵੇਂ ਇਹ ਜਗ੍ਹਾ ਹੈ ਤਾਂ ਇਸ ਨੂੰ ਥੋੜਾ ਪੱਟ ਕੇ ਜਿਹੜਾ ਪਾਣੀ ਹੈ ਉਹ ਕੱਢ ਦਿੱਤਾ ਜਾਏਗਾ ਇਸ ਦੇ ਵਿੱਚੋਂ। ਦੂਸਰੇ ਪਾਸੇ ਤਰਪਾਲਾਂ ਲਾ ਕੇ ਇੰਤਜ਼ਾਮ ਕੀਤਾ ਗਿਆ। ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਿਰਫ ਇਹ ਨਹੀਂ ਕਿ ਟਰਾਲੀਆਂ ਦੇ ਵਿੱਚ ਤਰਪਾਲਾਂ ਲਾ ਕੇ ਇੰਤਜ਼ਾਮ ਕੀਤਾ ਗਿਆ, ਟੈਂਟ ਵੀ ਲਾਏ ਗਏ ਨੇ ਕਈ ਤਰ੍ਹਾਂ ਦੇ, ਜਿਨ੍ਹਾਂ ਦੇ ਵਿੱਚ ਬਾਰਿਸ਼ ਦੀ ਦਿੱਕਤ ਨਾ ਆਵੇ। ਅਸੀਂ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਬਾਰਿਸ਼ ਜਿਹੜੀ ਹੈ ਇੱਕ ਵਾਰ ਰੁਕ ਗਈ ਹੈ। ਬਾਪੂ ਜੀ, ਟੈਂਟ ਲਾਇਆ ਹੋਇਆ, ਤੁਸੀਂ ਉੱਪਰ ਤਰਪਾਲ ਪਾਈ ਹੋਈ ਹੈ, ਕੋਈ ਦਿੱਕਤ ਤਾਂ ਨਹੀਂ ਆਈ? ਬਾਰਿਸ਼ ਹੋਈ ਹੈ? ਨਹੀਂ ਪੁੱਤ, ਐਨਆਰਏ ਵੀਰਾਂ ਬੜਾ ਧੰਨਵਾਦ ਆ ਜਿਨ੍ਹਾਂ ਨੇ ਇਹ ਕਾਗਜ਼ ਜਾਂ ਇਹ ਟੈਂਟ ਜਾਂ ਮਤਲਬ ਕੋਈ ਵੀ ਸੁਵਿਧਾ ਦਿੱਤੀ ਆ ਸਾਨੂੰ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਮੌਸਮ ਆ ਨਾ, ਇਹ ਮੌਸਮ ਦੇ ਅਨੁਕੂਲ ਤਕਰੀਬਨ ਤਰਪਾਲਾਂ ਦਾ ਬਹੁਤ ਚਾਵਾਂ ਜਿਹਨਾਂ ਕੋਲ ਮਤਲਬ ਆਪਣੇ ਐਨਆਰਏ ਵੀਰਾਂ ਨੇ ਜਿਹੜਾ ਸਾਨੂੰ ਬਹੁਤ ਸਹਿਯੋਗ ਦਿੱਤਾ। ਤੁਹਾਨੂੰ ਟੈਂਟ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਯੂਨਾਈਟਿਡ 6 ਨੇ ਕਾਫੀ ਜਗ੍ਹਾ ਦੇ ਉੱਤੇ ਟੈਂਟ ਡਿਸਟ੍ਰੀਬਿਊਟ ਕੀਤੇ ਨੇ। ਬਾਪੂ ਜੀ ਹੁਣੀ ਨਜ਼ਰ ਆ ਰਹੇ ਨੇ ਅੰਦਰ ਬੈਠੇ ਹੋਏ। ਬਾਪੂ ਜੀ, ਮੀਂਹ ਪਿਆ ਹੈਗਾ, ਕੱਲ ਵੀ ਮੀਂਹ ਪਿਆ ਸੀਗਾ, ਟੈਂਟ ਦੇ ਅੰਦਰ ਕੋਈ ਦਿੱਕਤ ਤਾਂ ਨਹੀਂ ਆਈ? ਬਾਰਿਸ਼ ਹੋਈ ਹੈ? ਦਿੱਕਤ ਇਧਰ ਮੇਰੇ ਤੋਂ ਦੰਦਾ ਕਰਕੇ ਬੋਲੇ ਜਾਂਦਾ ਇਹ ਬੋਲ। ਅੱਛਾ ਬਾਪੂ ਜੀ, ਕੋਈ ਦਿੱਕਤ ਤਾਂ ਨਹੀਂ ਆਈ? ਦਿੱਕਤ ਤਾਂ ਆਉਂਦੀ ਹੈ, ਪਰ ਬੈਠਿਆ ਮਜਬੂਰੀ ਨੂੰ, ਪਰ ਜਾਵਾਂਗੇ, ਜੰਗ ਜਿੱਤ ਕੇ ਚਾਹੇ ਮਰ ਜਾਈਏ। ਬਾਪੂ ਜੀ, ਅਸੀਂ ਇਹ ਵੀ ਦੇਖ ਰਹੇ ਹਾਂ ਵੀ ਠੰਡ ਬਹੁਤ ਵੱਧ ਗਈ ਹੈ, ਬਜ਼ੁਰਗਾਂ ਨੂੰ ਦਿੱਕਤ ਵੀ ਆ ਰਹੀ ਹੈ। ਅੱਜ ਵੀ ਟਿਕਰੀ ਦੇ ਉੱਤੇ ਵੀ ਇੱਕ ਮੌਤ ਹੋਈ ਹੈ, ਕੁੰਡਲੀ ਦੇ ਉੱਤੇ, ਸਿੰਘੂ ਦੇ ਉੱਤੇ ਵੀ ਮੌਤ ਹੋਈ ਹੈ। ਲਗਾਤਾਰ ਅਸੀਂ ਦੇਖ ਰਹੇ ਹਾਂ। ਸਰਕਾਰ ਨੇ ਵੀ ਅਪੀਲ ਕੀਤੀ ਸੀ ਵੀ ਬਜ਼ੁਰਗਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਤੁਹਾਨੂੰ ਲੱਗ ਨਹੀਂ ਰਿਹਾ ਕਿ ਜਿਹੜਾ ਇੱਥੇ ਦਿੱਕਤਾਂ ਜ਼ਿਆਦਾ ਨੇ ਤੇ ਘਰ ਜਾ ਕੇ ਠੀਕ ਰਹੂਗਾ ਜਿਵੇਂ ਸਰਕਾਰ ਨੇ ਅਪੀਲ ਕੀਤੀ ਆ? ਨਹੀਂ ਜੀ, ਘਰ ਜਾ ਕੇ ਸਾਨੂੰ ਸਮਝਦਾ ਇੱਥੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਜਾਨ ਤਾਂ ਸਾਡੀ ਵਿਸਾਖ ਲੱਗ ਜੀ, ਪਰ ਜਾਵਾਂਗੇ ਮਨਜ਼ੂਰ ਕਰਾ ਕੇ। ਤਾਂ ਇਹੋ ਜਿਹਾ ਮਾਹੌਲ ਸਾਨੂੰ ਤਕਰੀਬਨ ਹਰ ਟਰਾਲੀ ਦੇ ਵਿੱਚ ਜਿੱਥੇ ਵੀ ਬਜ਼ੁਰਗ ਸਾਨੂੰ ਨਜ਼ਰ ਆ ਰਹੇ ਨੇ, 70 ਸਾਲ ਦੇ, 80 ਸਾਲ ਦੇ, 88 ਸਾਲ ਦੇ ਬਜ਼ੁਰਗ ਨਾਲ ਅਸੀਂ ਗੱਲ ਕੀਤੀ, ਇਹੀ ਮਾਹੌਲ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਜਦ ਤੱਕ ਵਾਪਸ ਜਾਣ ਨੂੰ ਤਿਆਰ ਨਹੀਂ। ਇਸ ਖਰਾਬ ਮੌਸਮ ਦੇ ਬਾਵਜੂਦ, ਕੜਾਕੇ ਦੀ ਠੰਡ ਦੇ ਬਾਵਜੂਦ और तेज बारिश ਦੇ ਬਾਵਜੂਦ। ਸ਼ੁਕਰੀਆ ਅਰਸ਼ਦੀਪ, ਸ਼ੁਕਰੀਆ ਨਪਿੰਦਰ ਅਤੇ ਉਮੇਸ਼ ਸਿੰਘੂ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਪਹੁੰਚਾਉਣ ਲਈ। ਹੋਰ ਇਸ ਵਿਚਾਲੇ 24 ਘੰਟਿਆਂ ਦੇ ਦਰਮਿਆਨ 4 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਿਹੜੇ ਧਰਨੇ ਤੇ ਬੈਠੇ ਹੋਏ ਨੇ। ਜੀਨ ਦੇ 58 ਸਾਲਾ ਕਿਸਾਨ ਦੀ ਜਾਨ ਗਈ ਹੈ। ਸੋਨੀਪਤ ਦੇ 50 ਸਾਲਾ ਕਿਸਾਨ ਨੇ ਦਮ ਤੋੜ ਦਿੱਤਾ। ਸੰਗਰੂਰ ਦੇ 45 ਸਾਲਾ ਕਿਸਾਨ ਦੀ ਮੌਤ ਹੋਈ ਹੈ ਔਰ ਬਠਿੰਡਾ ਦੇ 18 ਸਾਲ ਦੇ ਨੌਜਵਾਨ ਕਿਸਾਨ ਦੀ ਹਾਰਟ ਅਟੈਕ ਦੇ ਚਲਦੇ
ਮੌਤ ਹੋਈ ਹੈ। ਸਾਰੇ ਕਿਸਾਨਾਂ ਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ। ਇਹ ਚਾਰੇ ਕਿਸਾਨ ਵੱਖ-ਵੱਖ ਬਾਰਡਰਾਂ ਤੇ ਡਟੇ ਹੋਏ ਸਨ। ਇਸ ਵਿਚਾਲੇ ਮੋਦੀ ਸਰਕਾਰ ਤੇ ਪ੍ਰਿਯੰਕਾ ਗਾਂਧੀ ਨੇ ਨਿਸ਼ਾਨਾ ਸਾਧਿਆ। ਕਿਸਾਨਾਂ ਦੀ ਮੌਤ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਮੌਤ ਦੀਆਂ ਖਬਰਾਂ ਦਿਲ ਨੂੰ ਹਲੂਣ ਦੇਣ ਵਾਲੀਆਂ ਨੇ। ਸੰਵੇਦਨਹੀਣਤਾ ਦਾ ਸਬੂਤ ਦੇ ਰਹੀ ਹੈ ਕੇਂਦਰ ਸਰਕਾਰ। ਕਿਸਾਨਾਂ ਦੀ ਜਾਇਜ਼ ਮੰਗਾਂ ਵੀ ਪੂਰੀਆਂ ਨਹੀਂ ਕਰ ਰਹੀ ਕੇਂਦਰ ਸਰਕਾਰ। ਇਹ ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। 24 ਘੰਟਿਆਂ ਦੇ ਦਰਮਿਆਨ 4 ਕਿਸਾਨਾਂ ਦੀ ਮੌਤ ਹੋਰ ਹਾਲੇ ਤੱਕ ਤਕਰੀਬਨ ਦੱਸਿਆ ਜਾ ਰਿਹਾ 55 ਕਿਸਾਨਾਂ ਦੀ ਮੌਤ ਦਿੱਲੀ ਦੇ ਬਾਰਡਰਾਂ ਤੇ ਧਰਨੇ ਦੌਰਾਨ ਹੋ ਚੁੱਕੀ ਹੈ। ਕਿਸੇ ਦੀ ਹਾਰਟ ਅਟੈਕ ਕਾਰਨ, ਕਿਸੇ ਦੀ ਸੜਕੀ ਹਾਦਸੇ ਵਿੱਚ ਜਾਨ ਗਈ। ਇਸ ਵਿਚਾਲੇ ਇਹ ਟਵੀਟ ਕੀਤਾ ਪ੍ਰਿਯੰਕਾ ਗਾਂਧੀ ਨੇ ਅਤੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਗਾਂਧੀ ਨੇ ਲਿਖਿਆ, ਸਰਦ ਮੌਸਮ ਵਿੱਚ ਦਿੱਲੀ ਬਾਰਡਰਾਂ ਤੇ ਬੈਠੇ ਕਿਸਾਨ ਭਰਾਵਾਂ ਦੀਆਂ ਮੌਤਾਂ ਦੀਆਂ ਖਬਰਾਂ ਦਿਲ ਨੂੰ ਹਲੂਣ ਦੇਣ ਵਾਲੀਆਂ ਨੇ। ਮੀਡੀਆ ਦੀਆਂ ਖਬਰਾਂ ਮੁਤਾਬਕ ਹੁਣ ਤੱਕ 57 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਅਤੇ ਸੈਂਕੜੇ ਬਿਮਾਰ ਨੇ। ਮਹੀਨੇ ਭਰ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਬੈਠੇ ਕਿਸਾਨ ਦੀ ਗੱਲ ਨਾ ਮੰਨ ਕੇ ਸਰਕਾਰ ਅਤੀ ਸੰਵੇਦਨਹੀਣਤਾ ਦਾ ਸਬੂਤ ਦੇ ਰਹੀ ਹੈ। ਇਹ ਟਵੀਟ ਪ੍ਰਿਯੰਕਾ ਗਾਂਧੀ ਦਾ ਅਤੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ। ਮੌਤ ਦੀਆਂ ਖਬਰਾਂ ਦਿਲ ਨੂੰ ਹਲੂਣ ਦੇਣ ਵਾਲੀਆਂ ਨੇ। ਸੰਵੇਦਨਹੀਣਤਾ ਦਾ ਸਬੂਤ ਦੇ ਰਹੀ ਹੈ ਸਰਕਾਰ। 57 ਕਿਸਾਨਾਂ ਦੀ ਮੌਤ ਦੀ ਗੱਲ ਟਵੀਟ ਵਿੱਚ ਕੀਤੀ ਹੈ ਔਰ ਖਬਰ ਆ ਰਹੀ ਕਿ ਹਾਲੇ ਤੱਕ 55 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। 24 ਘੰਟਿਆਂ ਦੇ ਦਰਮਿਆਨ 4 ਹੋਰ ਕਿਸਾਨਾਂ ਨੇ ਦਮ ਤੋੜ ਦਿੱਤਾ। ਹੋਰ ਸਾਰਿਆਂ ਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ। ਇਸ ਵਿਚਾਲੇ ਪੰਜਾਬ ਆਪ ਦੇ ਸਿਆਹ ਇੰਚਾਰਜ ਰਾਘਵ ਚੱਢਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਬੀਜੇਪੀ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ। ਮੋਗਾ ਪਹੁੰਚੇ ਰਾਘਵ ਚੱਢਾ ਨੇ ਦਿੱਲੀ ਮੋਰਚੇ 'ਚ ਕਿਸਾਨਾਂ ਦੀ ਹੋਈ ਮੌਤ ਲਈ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਇਆ। ਚੱਢਾ ਨੇ ਮੁੱਖ ਮੰਤਰੀ ਕੈਪਟਨ ਤੇ ਦੋਹਰੀ ਰਾਜਨੀਤੀ ਕਰਨ ਦਾ ਵੀ ਇਲਜ਼ਾਮ ਲਾਇਆ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਰੀਬ 9 ਵਿਧਾਇਕ ਵੀ ਰਾਘਵ ਚੱਢਾ ਦੇ ਨਾਲ ਮੋਗਾ ਪਹੁੰਚੇ ਹੋਏ ਸਨ। कैप्टन साहब के बारे में तो मैंने बताया कि वो तो सबसे बड़े मैं कहूँ टेक्स्ट बुक एग्जाम्पल ऑफ डबल स्पीक डबल स्टैंडर्ड्स निकले। वो चाहते तो अगस्त 2019 में आगाह कर सकते थे देश को, बल्कि उन्होंने तो अपनी सहमति दे डाली इन 3 काले कानूनों के बनाने के हक। सिर्फ कांग्रेस और आम आदमी पार्टी नहीं, अकाली दल प्रधान सुखबीर बादल ने भी प्रधानमंत्री ते सीधा हमला किया है। सड़कों ते किसान ने पर मोदी बेफिक्र। प्रधानमंत्री नूं किसी दी कोई फिक्र नहीं। किसान आंदोलन ने सरकार दियां जड़ा हिला दित्तियां ने। बीजेपी दे पैरा हेठों जमीन खिसकण लगी है। तलवंडी साबो च अकाली दल ने मृतक किसानां नूं श्रद्धांजलि दित्ती ते इस दौरान सुखबीर बादल ने जम के केंद्र सरकार ते निशाने साधे अते सीधे प्रधानमंत्री नरेंद्र मोदी ते शब्दी हमले किए। प्रधानमंत्री नूं किसी दे कोई फिक्र नहीं। किसान आंदोलन ने सरकार दी जड़ा हिलाइया ने। बीजेपी दे पैरा हेठों जमीन खिसकण लगी है। सड़कों ते किसान है पर मोदी बेफिक्र ने। मोदी नूं कोई फिक्र ते परवाह नहीं। जिन्हें बंदे नूं हंकार ज्यादा आ जाता है, हंकार नूं हंकारी दा हंकार तोड़न वास्ते परमात्मा अपने आप इलाज कर गया। जेड़ा सोचदा है कि मेरे सामने कोई नहीं है, उदों ही पता लगता जो धरती थल्लों हिलन लग जाती है। जिहदे विच मैं आ जाए, जेड़े इंसान विच मैं आ जाए, वो इंसान फिर खत्म हो जाता। ओदा मतलब जिन्हों मैं आ गई, इहदा मतलब हुण ओदा काम थल्ले जाना ही जाना। सिख पंथ जिथे भी लड़ाई लड़ता है फिर फतेह होंदी है अपने आप विरसे च मिले। उन्होंने पता नहीं सी कि एडी भाजड़। सुखबीर बादल ਨੂੰ ਤੁਸੀਂ ਸੁਣ ਰਹੇ ਸੀ। ਆਪਣੀ ਹੀ ਭਾਈਵਾਲ ਸਰਕਾਰ ਦੇ ਮੁੱਖ ਤੇ ਨਿਸ਼ਾਨੇ ਸਾਧਦੇ ਨਜ਼ਰ ਆਏ। ਅੱਗੇ ਵਧੇ ਇਸ ਵਿਚਾਲੇ ਚੀਫ ਸੈਕਟਰੀ ਅਤੇ ਡੀਜੀਪੀ ਨੂੰ ਸੰਮਨ ਤੇ ਟਕਰਾਅ ਵੱਧ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਆਮੋ ਸਾਹਮਣੇ ਆ ਚੁੱਕੇ ਨੇ। ਮੇਰੇ ਅਫਸਰਾਂ ਨੂੰ ਨਹੀਂ ਮੈਨੂੰ ਸੰਮਨ ਕਰੋ ਚੁਣੌਤੀ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ। टावर रिपेयर हो सकते हैं पर जाना गवा चुके किसान वापस नहीं आ सकते। दरअसल पंजाब में टावरां दी भंनतोड़ हुई तां बीजेपी ने
ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਬੀਜੇਪੀ ਦੇ ਸਮਾਗਮਾਂ ਵਿੱਚ ਵੀ ਜਦੋਂ ਭੰਨਤੋੜ ਹੋਈ ਤਾਂ ਰਾਜਪਾਲ ਦੇ ਦਰਬਾਰ ਬੀਜੇਪੀ ਦਾ ਵਫਦ ਪਹੁੰਚਿਆ। ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ। ਰਾਜਪਾਲ ਨੇ ਉਸ ਤੋਂ ਬਾਅਦ ਚੀਫ ਸੈਕਟਰੀ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਸੰਮਨ ਭੇਜ ਕੇ ਤਲਬ ਕੀਤਾ ਸੀ, ਜਿਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣੌਤੀ ਦਿੱਤੀ ਹੈ ਕਿ ਮੇਰੇ ਅਫਸਰਾਂ ਨੂੰ ਨਹੀਂ, ਮੈਨੂੰ ਸੰਮਨ ਕਰੋ। टावर रिपेयर हो सकते हैं पर जाना गवा चुके किसान वापस नहीं आ सकते। लगातार दिल्ली धरने ते बैठे किसानों की जड़ी मौत की खबर आ रही है। हाले तक 55 किसानों की मौत हो चुकी है और इसनूं लैके कांग्रेस ने सीधे केंद्र सरकार ते हमले किए हैं। इस विचाले राजपाल ने सम्मन किया चीफ सैकटरी और डीजीपी नूं, तां मुख मंत्री भी चुनौती देंदे नजर आए। मैं महसूस करता है कि पंजाब के गवर्नर ਪੰਜਾਬ ਦੇ ਰਾਜਪਾਲ ਵਜੋਂ ਨਹੀਂ, ਇੱਕ ਬੀਜੇਪੀ ਦੇ ਸਪੋਕਸਮੈਨ ਵਜੋਂ ਕੰਮ ਕਰ ਰਿਹਾ ਹੈ। ਉਹ ਬੀਜੇਪੀ ਦੇ ਇਸ਼ਾਰੇ ਦੇ ਉੱਪਰ ਜਿਹੜੀ ਪੰਜਾਬ ਦੀ ਸਰਕਾਰ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਪਾਲ ਨੂੰ ਆਪਣਾ ਰਾਜ ਧਰਮ ਨਿਭਾਉਣਾ ਚਾਹੀਦਾ ਔਰ ਇਹ ਚਾਹੀਦਾ ਕਿ ਕੇਂਦਰ ਦੀ ਸਰਕਾਰ ਦੇ ਜਿਹੜੇ ਮਸਲੇ ਹੈ, ਕੇਂਦਰ ਦੀ ਸਰਕਾਰ ਦੇ ਜਿਹੜੇ ਗੁਨਾਹ ਹੈ, ਕੇਂਦਰ ਦੀ ਸਰਕਾਰ ਦੇ ਜਿਹੜੇ ਲਾਅ ਐਂਡ ਆਰਡਰ ਦੇ ਮਸਲੇ ਹੈ, ਦੇਸ਼ ਦੇ ਰਾਸ਼ਟਰਪਤੀ ਨੂੰ ਚਾਹੀਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਨ ਕਰਨ, ਦੇਸ਼ ਦੇ ਹੋਮ ਮਿਨਿਸਟਰ ਨੂੰ ਸਮਨ ਕਰਨ। ਪੰਜਾਬ ਦਾ ਲਾਅ ਐਂਡ ਆਰਡਰ ਦੇਸ਼ ਤੋਂ ਸਭ ਤੋਂ ਬਿਹਤਰ ਪੋਜੀਸ਼ਨ ਦੇ ਅੰਦਰ ਹੈ। ਅਗਰ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਹੋਈ ਹੈ ਤੇ ਉਹਦੀ ਜ਼ਿੰਮੇਵਾਰੀ ਕੇਂਦਰ ਦੀ ਹੈ, ਪੰਜਾਬ ਦੀ ਜ਼ਿੰਮੇਵਾਰੀ। ਇਸ ਵਿਚਾਲੇ ਬੀਜੇਪੀ ਨੇ ਰਵਨੀਤ ਬਿੱਟੂ ਖਿਲਾਫ ਹੀ ਮੋਰਚਾ ਖੋਲਿਆ ਹੋਇਆ ਹੈ। ਬੀਜੇਪੀ ਵੱਲੋਂ ਰਵਨੀਤ ਬਿੱਟੂ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤੇ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ। ਕਾਂਗਰਸ सांसद ने कहा कि उन्होंने बयान ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਰਵਨੀਤ ਬਿੱਟੂ ਜੀ, ਤੁਹਾਡੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ। ਕਹਿੰਦੇ ਤੁਸੀਂ ਇੱਕ ਟੀਵੀ ਡਿਬੇਟ ਤੇ ਬੜਾ ਭੜਕਾਊ ਬਿਆਨ ਦਿੱਤਾ। ਮੈਂ ਤੁਹਾਨੂੰ ਦੱਸਦਾ ਵੀ ਐਸੀ ਜਗ੍ਹਾ ਤੇ ਆ ਲੱਕੀ ਜੀ ਹੋਰ ਸਾਰੇ ਅਸੀਂ ਪਰਿਵਾਰਾਂ ਸਮੇਤ ਵਾਹਿਗੁਰੂ ਵਾਹਿਗੁਰੂ ਦਾ ਸਤਨਾਮ ਦਾ ਜਾਪ ਕਰ ਰਹੇ ਹਾਂ। ਐਸੇ ਜਗ੍ਹਾ ਤੇ ਆ 10 ਮੀਟਰ ਇੱਥੋਂ ਪਾਰਲੀਮੈਂਟ ਸਟਰੀਟ ਥਾਣਾ 10 ਮੀਟਰ ਅਸੀਂ ਇੱਥੇ ਜਾਪ ਕਰ ਰਹੇ ਹਾਂ ਤੇ ਇਹ 31 ਤਰੀਕ ਨੂੰ ਐਨ ਉਸ ਵੇਲੇ ਸਾਡੇ ਤੇ ਜਿਹੜਾ 504 506 ਦੀ ਧਾਰਾ ਲਾ ਰਹੇ ਆ। ਹੁਣ ਮੈਂ ਸਚਾਈ ਦੱਸਦਾ, ਪਰ ਮੈਂ ਸਫਾਈ ਦੇਣ ਦੀ ਮੈਂ ਲੋੜ ਨਹੀਂ ਸਮਝਦਾ ਇਹਨਾਂ ਨੂੰ, ਬੀਜੇਪੀ ਵਾਲਿਆਂ ਨੂੰ, ਪਰ ਆਪਣੇ ਲੋਕਾਂ ਨੂੰ, ਤੁਹਾਡੇ ਰਾਹੀਂ ਦਰਸ਼ਕਾਂ ਨੂੰ, ਪੰਜਾਬੀਆਂ ਨੂੰ ਮੈਂ ਕਹਿ ਰਿਹਾ ਵੀ ਅਸੀਂ ਅੱਗੇ ਵੀ ਭਾਈ ਆਜ਼ਾਦੀ ਵੇਲੇ ਵੀ ਲਾਸ਼ਾਂ ਦੇ ਢੇਰ ਅਸੀਂ ਲਾਏ, ਆਪਣੀਆਂ ਕੁਰਬਾਨੀਆਂ ਦਿੱਤੀਆਂ, ਟੈਰਰਿਜ਼ਮ ਵੇਲੇ ਵੀ ਦਿੱਤੀਆਂ। ਜੇ ਤੁਹਾਨੂੰ ਜਿੰਨੀਆਂ ਵੀ ਸਾਡੀਆਂ ਕੁਰਬਾਨੀਆਂ ਲਾਸ਼ਾਂ ਚਾਹੀਦੀਆਂ ਅਸੀਂ ਆਪਣਾ ਢੇਰ ਲਾ ਦਿੰਨੇ ਆ। ਤੁਸੀਂ ਐਸਓਐਲ ਕਨਾਲ ਦੀ ਗੱਲ ਛੇੜ ਲਈ, ਬੀਜੇਪੀ ਵਾਲਿਆਂ ਨੇ ਧਰਨੇ ਲਾਤੇ। ਅਸੀਂ ਕਿਹਾ ਭਾਈ ਅਸੀਂ ਤੁਹਾਨੂੰ ਖੂਨ ਦੀਆਂ ਨਦੀਆਂ ਬਹਾ ਕੇ ਆਪਣੇ ਖੂਨ ਦੇ ਦਿੰਨੇ ਆ ਤੁਹਾਨੂੰ, ਥੋੜਾ ਜਿਹਾ ਢਿੱਡ ਭਰਦਾ। ਪਰ ਇਹਨਾਂ ਨੇ ਕੀ ਕੀਤਾ, ਜਿਹੜਾ ਇੱਕ ਕੋਈ ਟਾਊਟ ਜਿਹਾ ਫੜ ਕੇ ਅੱਗੇ ਪੰਜਾਬ ਦੇ ਬੀਜੇਪੀ ਤੇ ਆਰਐਸਐਸ ਦਾ ਪ੍ਰੈਸ਼ਰ ਬਹੁਤ ਸੀ, ਕਿਉਂਕਿ ਉੱਥੇ ਇਹ ਕਹਿੰਦੇ ਕਾਂਗਰਸ ਦੀ ਸਰਕਾਰ ਆ, ਡੀਜੀਪੀ ਆ, ਇਹ ਉਹ ਆ। ਇੱਥੇ ਅਮਿਤ ਸ਼ਾਹ ਜੀ ਦੀ ਹੋਮ ਮਿਨਿਸਟਰੀ ਆ, ਇਹਨਾਂ ਦੇ ਥਾਣੇ ਆ, ਉਹ ਇੱਕ ਟਾਊਟ ਜਿਹਾ ਭੇਜਿਆ ਬੰਦਾ। ਉਹ ਤੋਂ ਉਸੇ ਵਕਤ ਜਦੋਂ ਇੱਥੇ ਜਾਪ ਕਰ ਰਹੇ ਆ ਕਿਸਾਨਾਂ ਲਈ, ਉਹ ਐਫਆਈਆਰ ਦਰਜ ਵੀ ਬਿੱਟੂ ਕਹਿ ਰਿਹਾ ਬਈ ਅਸੀਂ ਬੀਜੇਪੀ ਵਾਲਿਆਂ ਦੇ ਲਾਸ਼ਾਂ ਦੇ ਢੇਰ ਵਿਛਾ ਦਾਂਗੇ। ਉਹ ਸਾਰੀਆਂ ਗੱਲਾਂ ਇਕੱਠੀਆਂ ਹੋ ਕੇ ਮੇਰੇ ਤੋਂ ਬਦਲਾ ਲੈਣ ਲਈ ਵੀ ਇਹਨੂੰ ਕਿਵੇਂ ਥੱਲੇ ਲਾਈਏ ਤੇ ਜਿਹੜਾ ਕਿਸਾਨਾਂ ਨੂੰ ਵੀ ਇੱਕ ਮੈਸੇਜ ਦਈਏ ਵੀ ਆ ਜਿਹੜਾ ਤੁਹਾਡਾ ਐਮਪੀ ਉਹਨੂੰ ਵੀ ਅਸੀਂ ਪਹਿਲਾਂ ਰਗੜ ਕੇ ਦਿਖਾਉਨੇ ਆ, ਬਾਕੀ ਗੱਲ ਬਾਅਦ ਚ ਕਰਾਂਗੇ। 4 ਤਰੀਕ ਤੋਂ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ਼ਰ ਉੱਥੇ ਵੀ ਕੀ ਕਹਿ ਰਹੇ, ਇੱਕ ਵੀਡੀਓ ਲੀਕ ਹੋਈ ਆ, ਵਾਇਰਲ ਹੋਈ ਆ, ਪਿਊਸ਼ ਗੋਇਲ ਟਕੈਤ ਸਾਹਿਬ ਨੂੰ ਕਹਿ ਰਿਹਾ ਤੇ ਹੋਰ ਆਪਣੇ ਕਿਸਾਨ ਲੀਡਰ ਖੜੇ ਆ, ਉਹ ਵੀਡੀਓ ਚ ਕਹਿ ਰਿਹਾ ਵੀ ਤੁਸੀਂ ਮੂੰਹ ਨਾ ਖਲਵਾ ਮੇਰਾ, ਮੈਂ ਜਾਣਦਾ ਤੁਹਾਡੀ 40 ਜਿਹੜੀਆਂ ਜਥੇਬੰਦੀਆਂ, ਮੈਂ ਜੇ ਗੱਲਾਂ ਤੁਹਾਡੀਆਂ ਖੋਲ ਦਵਾਂ ਤੁਹਾਡਾ ਬਣੂਗਾ ਕੀ, ਜ਼ਿਆਦਾ ਨਾ ਬੋਲ। ਇਹ ਵੀਡੀਓ ਤੇ ਆ ਨਾਲ ਦੀ ਨਾਲ ਇਹ ਹੁਣ ਨਵੀਂ ਪਲੈਨਿੰਗ ਇਹਨਾਂ ਦੀ ਇਹ ਬਣਾਈ ਆ। ਫਿਰ ਅਸੀਂ ਵੀ ਪਰ ਟਿਕਣ ਵਾਲੇ ਨਹੀਂ, ਹੁਣ ਆ ਬੈਠੇ ਆ ਤੁਹਾਡੇ ਰਾਹੀਂ, ਮੈਂ ਕਹਿ ਰਿਹਾ ਚੈਨਲ ਰਾਹੀਂ ਬਈ ਅੱਜ ਸਵੇਰ ਦੇ ਅਸੀਂ ਸਾਰੇ ਉਰੇ ਬੈਠੇ ਆ। ਆ ਠਾਣਾ ਵੀ ਭਾਈ ਐਸਐਚਓ ਸਾਹਿਬ ਜਾਂ ਡੀਸੀਪੀ ਜਿਹੜੇ ਵੀ ਸਾਨੂੰ ਗ੍ਰਿਫਤਾਰ ਕਰਕੇ ਲੈ ਜਾਓ। ਜੇ ਜੁਰਤ ਕੀਤੀ ਆ ਹੁਣ ਪਰਚਾ ਦਰਜ ਕਰਨ ਦੀ ਤੇ ਫਿਰ ਆਓ ਹੁਣ ਫੜੋ, ਅਸੀਂ ਕਿਹੜਾ ਨਾ ਕਰਦੇ ਆ, ਲੈ ਜਾਓ। ਤੁਸੀਂ ਪੁਲਿਸ ਨੂੰ ਸੰਪਰਕ ਕੀਤਾ ਜਾਂ ਪੁਲਿਸ ਨੇ ਤੁਹਾਡੇ ਨਾਲ ਸੰਪਰਕ ਕੀਤਾ? ਹਜੇ ਤਾਂ ਅੱਜ ਅਸੀਂ ਤੁਹਾਡੇ ਰਾਹੀਂ ਇੱਥੇ ਉਡੀਕ ਰਹੇ ਆ। ਜੇ ਨਹੀਂ ਆਉਣਗੇ ਜੁਰਤ, ਫਿਰ ਉਹ ਜਿਹੜਿਆਂ ਨੇ ਵੀ ਪਰਚਾ ਦਰਜ ਕਰਾਇਆ ਉਹ ਆ ਜਾਣ ਭਾਈ। ਫਿਰ ਹੁਣ ਕਿੱਥੇ ਲੋਗੇ, ਹੁਣ ਹਿੰਮਤ ਕਰਨ ਸਾਨੂੰ ਚਕਵਾਉਣ ਥਾਣੇ 'ਚ ਲੈ ਜਾਣ। ਤੇ ਜੇ ਨਹੀਂ ਅੱਜ ਹੀ ਜਾਂ ਕੱਲ ਸਵੇਰੇ ਫਿਰ ਜੇ ਨਾ ਆਏ ਆਪ ਥਾਣੇ 'ਚ ਜਾ ਕੇ ਅਸੀਂ ਆਪ ਕਵਾਂਗੇ ਵੀ ਆ ਲਓ ਹੱਥਕੜੀਆਂ ਲਾ ਲਓ। ਸਾਨੂੰ ਕੀ ਆ, 2 ਦਿਨ 4 ਦਿਨ ਜੇਲ੍ਹ 'ਚ ਇੱਥੇ ਵੀ ਬੈਠੇ ਆ ਕਿਸਾਨਾਂ ਖਾਤਰ, ਸਾਡਾ ਜੋਨਾ ਮਰਨਾ ਹੀ ਇੱਥੇ ਆ। ਜੇਲ੍ਹ ਕੀ ਕਰ ਲੂਗੀ, 4 ਦਿਨ ਬਾਅਦ ਫੇਰ ਆ ਕੇ ਫੇਰ ਉਰੇ ਬਹਿ ਜਾਾਂਗੇ। और इसी मुद्दे ते पंजाब कांग्रेस प्रधान सुनील जाखड़ ने भी बीजेपी ते निशाने साधे। पहला अनुराग ठाकुर खिलाफ केस दर्ज होए, फिर बिट्टू खिलाफ खुद एफआईआर दर्ज करवावांगा ये चुनौती दी। अनुराग ठाकुर ने भी सीधा गोली मारन दा बयान दिता सी। इसे बयान नूं लैंदे होए सुनील जाखड़ ने सीधा चुनौती दी बीजेपी नूं।
ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉਹ ਇਸ ਵੇਲੇ ਜੰਤਰ ਮੰਤਰ ਤੇ ਪਹੁੰਚੇ ਨੇ ਆਪਣੇ ਦੂਜੇ ਸਾਥੀਆਂ ਦੇ ਨਾਲ ਜਿਹੜਾ ਅੱਜ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਨੇ। ਜਾਖੜ ਸਾਹਿਬ, ਸਰਕਾਰ ਦੇ ਨਾਲ ਲਗਾਤਾਰ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ ਪਰ ਗੱਲਬਾਤ ਕਿਸੇ ਸਿਰੇ ਤੇ ਨਹੀਂ ਲੱਗ ਰਹੀ। ਤੁਸੀਂ ਇੱਥੇ ਪ੍ਰਦਰਸ਼ਨ ਤੇ ਬੈਠੇ ਹੋ, ਕਿਸਾਨ ਲਗਾਤਾਰ ਵੱਖ-ਵੱਖ ਥਾਵਾਂ ਤੇ ਸੰਘਰਸ਼ ਕਰ ਰਹੇ ਨੇ ਔਰ ਹੁਣ ਕਿਸਾਨਾਂ ਨੇ ਨਵਾਂ ਐਲਾਨ ਕੀਤਾ ਕਿ 26 ਜਨਵਰੀ ਦੇ ਦਿਨ ਦਿੱਲੀ ਦੀਆਂ ਸੜਕਾਂ ਤੇ ਝੰਡੇ ਲੱਗੇ ਟਰੈਕਟਰ ਜਿਹੜੇ ਔਰ ਕਿਸਾਨ ਮਾਰਚ ਜਿਹੜਾ ਟਰੈਕਟਰ ਕਿਸਾਨ ਮਾਰਚ ਹੋਏਗਾ। ਦੇਖੋ, ਸਭ ਤੋਂ ਪਹਿਲਾਂ ਮੇਰਾ ਮਨ ਕਰਦਾ ਵੀ ਸਾਰੇ ਲੋਕਾਂ ਨੂੰ ਮੈਂ ਨਵੇਂ ਸਾਲ ਦੀ ਵਧਾਈ ਦਿਆਂ ਤੇ ਬਹੁਤ ਮੈਂ ਆਪਣੇ ਦਿਲੋਂ ਵਧਾਈ ਵੀ ਦੇ ਰਿਹਾ, ਪਰ ਬੜੇ ਦੁਖੀ ਮਨ ਨਾਲ ਆ ਵਧਾਈ ਕਾਹਦੀ ਹੈ ਕਿਉਂਕਿ ਪਹਿਲਾਂ ਹੌਸਲਾ ਸੀਗਾ ਵੀ 2020 ਸਾਲ ਗਿਆ 2020 ਇਸ ਤੋਂ ਮਾੜਾ ਅੱਗੇ ਕੀ ਆਣਾ। ਦੇਖੋ, ਕਰੋਨਾ ਦੇ ਵਿੱਚ ਐਡਾ ਮਹਾਮਾਰੀ ਦੇ ਵਿੱਚ ਸਾਰੇ ਲੋਕ ਜਿਹੜੀ ਜਾਨਾਂ ਗਈਆਂ ਉਹਨਾਂ ਦਾ ਤਾਂ ਕੋਈ ਦੇ ਹੀ ਨਹੀਂ ਸਕਦੇ। ਜਿਹੜੇ ਲੱਖਾਂ ਮਜ਼ਦੂਰ ਜਿਹੜੇ ਸੀਗੇ ਬੇਘਰ ਹੋਏ, ਹਜ਼ਾਰਾਂ ਕਿਲੋਮੀਟਰ ਚੱਲ ਕੇ ਆਪਣੇ ਘਰੋਂ ਵਾਪਸ ਜਾਣਾ ਪਿਆ, ਬੇਰੁਜ਼ਗਾਰੀ ਹੋਈ, ਸਾਰਾ ਕੁਝ ਹੈ। ਇਸ ਕਰਕੇ ਆਸ ਸੀ ਵੀ ਨਵਾਂ ਸਾਲ ਚੰਗਾ ਨਿਕਲੂਗਾ, ਪਰ ਕਹਿੰਦੇ ਨਾ ਵੀ ਆਗਾਜ਼ ਨਾਲ ਪਤਾ ਲੱਗ ਜਾਂਦਾ ਵੈਲ ਬਿਗਨ ਇਜ਼ ਹਾਫ ਡਨ। ਉਸੇ ਤਰ੍ਹਾਂ ਹੀ ਵੀ ਜੇ ਪਹਿਲਾਂ ਸ਼ੁਰੂਆਤ ਹੀ ਐਡੀ ਮਾੜੀ ਹੋਈ ਹੈ ਵੀ ਕਿਸਾਨ 1 ਡਿਗਰੀ ਜਾਂ 0 ਟੈਂਪਰੇਚਰ ਦੇ ਅੰਦਰ ਬਾਹਰ ਬੈਠਾ ਹੈ, 5 ਲੱਖ ਕਿਸਾਨ ਦਿੱਲੀ ਦੇ ਬਾਹਰ ਛਾਵਣੀ ਪਾਈ ਬੈਠਾ ਹੈ, ਤਾਂ ਵਾਹਿਗੁਰੂ ਤੋਂ ਅਰਦਾਸ ਹੀ ਕਰ ਸਕਦੇ ਹਾਂ ਵੀ ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਸਾਡੇ ਪੰਜਾਬ ਤੇ ਦਿੱਲੀ ਤੇ ਰੱਖਿਓ, ਦੇਸ਼ ਦੇ ਉੱਤੇ ਰੱਖਿਓ ਤਾਂ ਕਿ ਅਮਨ ਸ਼ਾਂਤੀ ਬਣੀ ਰਵੇ, ਸਦਬੁੱਧੀ ਦੇਵੇ ਇਹਨਾਂ ਨੂੰ, ਤਾਨਾਸ਼ਾਹ ਨੂੰ ਜਿਹੜੇ ਇੱਥੇ ਬੈਠੇ ਹੈ ਉਹਨਾਂ ਨੂੰ ਸੋਚ ਆਵੇ। ਪਰ ਜਿੱਥੇ ਤਾਈਂ ਤੁਸੀਂ 23 ਜਾਂ 26 ਤਰੀਕ ਦੀ ਗੱਲ ਕਰ ਰਹੇ ਹੋ, 23 ਜਨਵਰੀ ਦੀ ਗੱਲ ਹੋਣ ਲੱਗੀ ਹੁਣ 26 ਜਨਵਰੀ ਦੀ, ਮੈਂ ਪਹਿਲੇ ਦਿਨੋਂ ਜਿੱਦਣ ਮੀਟਿੰਗ ਲਾਸਟ ਮੀਟਿੰਗ ਖਤਮ ਹੋਈ ਹੈ 6ਵੇਂ ਦੌਰ ਦੀ, ਹੁਣ ਤਾਂ ਦੌਰ ਹੀ ਪਤਾ ਨਹੀਂ ਕਿੰਨੇ ਨਿਕਲ ਗਏ, 6ਵੇਂ ਦੌਰ ਜਾਂ 7ਵੇਂ ਦੌਰ ਦੀ ਜਿਹੜੀ ਮੀਟਿੰਗ ਹੋਈ ਹੈ, ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਬੀਜੇਪੀ ਦੇ ਲੀਡਰ ਸਾਹਿਬਾਨ ਨੇ, ਤੋਮਰ ਸਾਹਿਬ ਨੇ ਕਿਹਾ ਵੀ 50% ਦੀ ਮਸਲੇ ਹੱਲ ਹੋ ਗਏ। ਤੋਮਰ ਸਾਹਿਬ, ਬੇਵਕੂਫ ਨਾ ਬਣਾਓ, ਲੋਕ ਕਿਸਾਨਾਂ ਦੀਆਂ ਅੱਖਾਂ 'ਚ ਘੱਟਾ ਨਾ ਸਿੱਟੋ। ਮਸਲਾ ਤਾਂ ਅਜੇ ਛੇੜੇ ਨਹੀਂ, ਅਸਲ ਮਸਲਾ ਤਾਂ ਕਾਲੇ ਕਾਨੂੰਨ ਦਾ ਹੈ, ਕਾਲੇ ਕਾਨੂੰਨ ਨੂੰ ਰੱਦ ਕਰਨ ਦਾ ਮੁੱਦਾ ਹੈ। ਉਹ ਤਾਂ ਅਜੇ ਉੱਥੇ ਤਾਂ ਆਏ ਨਹੀਂ, ਉੱਥੇ ਤੁਸੀਂ ਅਜੇ ਵਜਿੱਦੋਂ ਵੀ ਉਹ ਤੋਂ ਵਾਪਸ ਨਹੀਂ ਹੋਗੇ। ਫਿਰ ਕੀ ਹੱਲ ਹੋ ਗਿਆ ਕੀ ਨਹੀਂ ਹੱਲ ਹੋਇਆ, ਆਪਣੇ ਖਿਆਲੀ ਪਕਾਓ ਬਣਾ ਰਹੇ ਹੈ। ਇਸ ਕਰਕੇ ਮੈਨੂੰ ਉਮੀਦ ਨਹੀਂ ਵੀ 4 ਤਰੀਕ ਨੂੰ ਕੋਈ ਹੱਲ ਨਿਕਲੂਗਾ। ਜੇ 4 ਤਰੀਕ ਨੂੰ ਹੱਲ ਨਹੀਂ ਨਿਕਲਿਆ, ਮੈਂ ਸਮਝਦਾ ਵੀ ਆਹ ਜਿਹੜਾ ਗੁੱਸਾ ਹੈ ਕਿਸਾਨਾਂ ਦਾ ਇੱਥੇ ਹੈ, ਜਿਵੇਂ ਆਪਣੇ ਪੰਜਾਬ 'ਚ ਕਹਿੰਦੇ ਨਾ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਆਹ ਜਿਹੜੀ ਧਮਕ ਹੈ ਅੰਮ੍ਰਿਤਸਰ ਦੀ ਜਾਂ ਗੁਰਦਾਸਪੁਰ ਦੀ ਜਾਂ ਮਾਨਸਾ ਦੀ ਜਾਂ ਬਠਿੰਡੇ ਦੀ, ਆਹ ਧਮਕ ਸਾਊਥ ਹਾਲ, ਹੰਸਲੋ, ਟੋਰਾਂਟੋ, ਲਾਸ ਐਂਜਲਸ ਸਾਰੇ ਮੁਲਕਾਂ 'ਚ ਸੁਣਿਆ ਜਾਊਗਾ। ਸਾਹਿਬ, ਆਹ ਧਮਕ ਉੱਥੇ ਤਾਂ ਹੀ ਪੈਣੀ ਹੈ। ਅਸੀਂ ਇਸ ਗੱਲ ਦੇ ਕਾਂਗਰਸ ਪਾਰਟੀ ਤੇ ਕਿਸਾਨ ਜਥੇਬੰਦੀਆਂ ਬਿਲਕੁਲ ਖਿਲਾਫ ਹੈ ਵੀ ਕੋਈ ਬਾਹਰ ਦਾ ਮੁਲਕ ਸਾਡੇ ਅੰਦਰੂਨੀ ਮਸਲਿਆਂ 'ਚ ਦਖਲ ਦੇਵੇ। ਅਸੀਂ ਕੇਪੇਬਲ ਹੈ, ਸਾਡੇ ਕੋਲ ਜਿਗਰਾ ਹੈ ਇਸ ਤਾਨਾਸ਼ਾਹ ਸਰਕਾਰ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਲੜਨ ਦਾ, ਪਰ ਮੋਦੀ ਸਾਹਿਬ ਦੀ ਗਲਤ ਨੀਤੀਆਂ ਕਰਕੇ ਆ ਜਿਹੜਾ ਸਾਡਾ ਅੰਦਰੂਨੀ ਮਸਲਾ ਸੀਗਾ ਆ ਇੰਟਰਨੈਸ਼ਨਲ ਪੱਧਰ ਤੇ ਆ ਜਾਊਗਾ। ਕਿਉਂਕਿ ਸਾਡੇ ਜਿਹੜੇ ਪੰਜਾਬੀ ਭਰਾ ਬੈਠੇ ਹੈ ਲੰਡਨ ਦੇ ਅੰਦਰ ਜਾਂ ਇੰਗਲੈਂਡ ਦੇ ਅੰਦਰ, ਸਾਹਿਬ ਉਹਨਾਂ ਦਾ ਗੁੱਸਾ ਝੇਲਿਆ ਨਹੀਂ ਜਾਣਾ ਬੋਰਿਸ ਜੌਨਸਨ ਜੀ ਤੋਂ। ਪਸੀਨੇ ਆ ਜਾਣਗੇ ਇੰਨੀ ਠੰਡ ਦੇ ਅੰਦਰ, ਕਹਿੰਦੇ ਨਾ ਇਤਨੀ ਸਰਦੀ में गर्मी का एहसास पंजाबियां ਅੱਗੇ ਵਧਿਆ ਦੇਸ਼ ਤਿਆਰ ਹੁਣ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਹੈ। ਥੋੜੀ ਦੇਰ ਵਿੱਚ ਵੈਕਸੀਨ ਤੇ ਵੱਡਾ ਐਲਾਨ ਹੋ ਸਕਦਾ ਹੈ। ਕੋਰੋਨਾ ਵੈਕਸੀਨ ਤੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੀ ਪ੍ਰੈਸ ਕਾਨਫਰੰਸ ਹੋਵੇਗੀ। ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਇਸ ਦੌਰਾਨ ਮਨਜ਼ੂਰੀ ਮਿਲ ਸਕਦੀ ਹੈ। ਦਰਅਸਲ ਇਸ ਤੋਂ ਪਹਿਲਾਂ ਐਕਸਪਰਟ ਕਮੇਟੀ ਨੇ ਦੋਵੇਂ ਹੀ ਵੈਕਸੀਨ ਦੀ ਸਿਫਾਰਿਸ਼ ਕੀਤੀ ਹੈ, ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੀ ਸਿਫਾਰਿਸ਼ ਕੀਤੀ ਹੈ। ਪੂਰੀ ਤਰ੍ਹਾਂ ਦੇ ਨਾਲ ਸਵਦੇਸ਼ੀ ਵੈਕਸੀਨ ਹੈ ਕੋਵੈਕਸੀਨ। ICMR ਦੇ ਸਹਿਯੋਗ ਦੇ ਨਾਲ ਭਾਰਤ ਬਾਇਓਟੈਕ ਵੱਲੋਂ ਇਸ ਨੂੰ ਤਿਆਰ ਕੀਤਾ ਹੈ। ਉਧਰ ਕੋਵਿਸ਼ੀਲਡ ਨੂੰ ਸੀਰਮ ਇੰਸਟੀਚਿਊਟ ਨੇ ਤਿਆਰ ਕੀਤਾ ਹੈ। ਤਾਂ ਦੱਸਿए ਕਿ ਕੋਵਿਸ਼ੀਲਡ ਸੀਰਮ ਇੰਸਟੀਚਿਊਟ ਅਤੇ ਕੋਵੈਕਸੀਨ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤੀ ਗਈ, ਜਿਸ ਨੂੰ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਐਕਸਪਰਟ ਪੈਨਲ ਨੇ ਹਰੀ ਝੰਡੀ ਦੇ ਦਿੱਤੀ ਅਤੇ ਇਹਨਾਂ ਦੋਵਾਂ ਦਵਾਈਆਂ ਦੀ ਮਨਜ਼ੂਰੀ ਦੇਣ ਦੀ ਸਿਫਾਰਿਸ਼ ਵੀ ਕੀਤੀ ਹੈ, ਜਿਸ ਤੇ ਹੁਣ ਡਰੱਗਸ ਕੰਟਰੋਲਰ ਆਫ ਇੰਡੀਆ ਤੇ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਦੇ ਫੈਸਲੇ ਦਾ ਇੰਤਜ਼ਾਰ ਹੈ। ਤੇ ਹੁਣ ਤੋਂ ਕੁਝ ਹੀ ਮਿੰਟਾਂ ਬਾਅਦ 11 ਵਜੇ DCGI ਦੀ ਪ੍ਰੈਸ ਕਾਨਫਰੰਸ ਹੋਣੀ ਹੈ ਔਰ ਮੰਨਿਆ ਜਾ ਰਿਹਾ ਕਿ ਇਹਨਾਂ ਦੋਵਾਂ ਵੈਕਸੀਨ ਨੂੰ DCGI ਦੀ ਮਨਜ਼ੂਰੀ ਮਿਲ ਸਕਦੀ ਹੈ। ਹੋਰ ਕੋਰੋਨਾ ਵੈਕਸੀਨ ਦੇ ਬਾਜ਼ਾਰ ਵਿੱਚ ਆਉਣ ਤੋਂ ਪਹਿਲਾਂ ਉਸ ਦੇ ਐਲਾਨ ਤੋਂ ਪਹਿਲਾਂ ਲਗਾਤਾਰ ਡਰਾਈ ਰਨ ਦੇਸ਼ ਭਰ ਵਿੱਚ ਜਾਰੀ ਹੈ। ਪਟਿਆਲਾ ਵਿੱਚ ਵੀ ਟੀਕਾਕਰਨ ਦਾ ਡਰਾਈ ਰਨ ਕੀਤਾ ਜਾ ਰਿਹਾ ਹੈ। ਪਟਿਆਲਾ 3 ਵੈਕਸੀਨ ਸੈਂਟਰ ਤਿਆਰ ਕੀਤੇ ਗਏ ਨੇ। ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਹਿਲਾਂ ਹੀ ਡਰਾਈ ਰਨ ਹੋ ਚੁੱਕੇ ਨੇ।
28-29 ਦਸੰਬਰ ਨੂੰ ਲੁਧਿਆਣਾ ਅਤੇ ਨਵਾਂ ਸ਼ਹਿਰ ਟ੍ਰਾਇਲ ਹੋਏ ਸਨ, ਜਿਹੜੇ ਕਿ ਬੇहद ਕਾਮਯਾਬ ਰਹੇ ਅਤੇ ਕੱਲ ਵੀ ਦੇਸ਼ ਭਰ ਦੇ 119 ਜ਼ਿਲ੍ਹਿਆਂ ਵਿੱਚ ਡਰਾਈ ਰਨ ਚੱਲਿਆ, ਜਿਸ ਨੂੰ ਕਾਮਯਾਬ ਮੰਨਿਆ ਜਾ ਰਿਹਾ ਹੈ। ਚੋਣਾਂ ਦੀ ਤਰ੍ਹਾਂ ਜਿਵੇਂ ਵੋਟਰ ਲਿਸਟ ਤਿਆਰ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਦੇ ਨਾਲ ਲਿਸਟ ਤਿਆਰ ਕੀਤੀ ਜਾ ਰਹੀ, ਜਿਨ੍ਹਾਂ ਦਾ ਵੈਕਸੀਨੇਸ਼ਨ ਪਹਿਲੇ ਦੌਰ ਵਿੱਚ ਕੀਤਾ ਜਾਏਗਾ। ਉਸ ਤੋਂ ਬਾਅਦ ਵੈਕਸੀਨ ਸੈਂਟਰ ਜਿਹੜੇ ਨੇ ਉਹ ਪੋਲਿੰਗ ਬੂਥਾਂ ਦੀ ਤਰਜ਼ ਤੇ ਬਣਾਏ ਗਏ ਨੇ ਔਰ ਬਕਾਇਦਾ ਡਾਕਟਰ ਹਰਸ਼ਵਰਧਨ ਸਿਹਤ ਮੰਤਰੀ ਉਹਨਾਂ ਨੇ ट्वीट करके पूरी जानकारी दी। 57,000 पार्टिसिपेंट्स होंगे ਅਤੇ 719 डिस्ट्रिक्ट विच ट्रेनिंग प्रोग्राम कंप्लीट किया गया। 96,000 लोगों को तैयार किया गया है सेहत मुलाजम ਜਿਹੜੇ कि वैक्सीन देंगे और देश तैयार सिर्फ कोरोना वैक्सीन का इंतजार हो रहा है। ਕੋਰੋਨਾ ਮਹਾਮਾਰੀ ਦੇ ਦੌਰ ਵਿਚਾਲੇ ਤਸਵੀਰਾਂ ਉਮੀਦ ਨਾਲ ਭਰੀਆਂ ਨੇ। ਤਸਵੀਰਾਂ ਕੋਰੋਨਾ ਵੈਕਸੀਨ ਦੇ ਡਰਾਈ ਰਨ ਦੀਆਂ ਨੇ। ਪੂਰੇ ਦੇਸ਼ ਦੇ ਵਿੱਚ ਕੋਰੋਨਾ ਵੈਕਸੀਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ। ਦੇਸ਼ ਭਰ ਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ ਤੇ ਵੈਕਸੀਨ ਦਾ ਡਰਾਈ ਰਨ ਚੱਲ ਰਿਹਾ ਹੈ। ਦਿੱਲੀ ਦੇ ਵਿੱਚ ਵੀ 3 ਕੇਂਦਰਾਂ ਤੇ ਟ੍ਰਾਇਲ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਹਿਮਾਚਲ ਦੇ ਵਿੱਚ ਵੀ ਡਰਾਈ ਰਨ ਜਾਰੀ ਹੈ। ਪਟਿਆਲਾ, ਚੰਡੀਗੜ੍ਹ, ਪੰਚਕੂਲਾ ਅਤੇ ਸ਼ਿਮਲਾ ਦੇ ਵਿੱਚ ਹੈਲਥ ਵਰਕਰ ਟੀਕਾ ਲਗਵਾਉਣ ਦੇ ਲਈ ਪਹੁੰਚ ਰਹੇ ਨੇ। ਕੋਵਿਡ ਵੈਕਸੀਨ ਨੂੰ ਲੈ ਕੇ ਡਰਾਈ ਰਨ ਟ੍ਰਾਇਲ ਜਿਹੜਾ ਹੈ ਅੱਜ ਉਹ ਕੀਤਾ ਗਿਆ। ਚੰਡੀਗੜ੍ਹ ਦੀ ਆਪਾਂ ਗੱਲ ਕਰੀਏ, ਚੰਡੀਗੜ੍ਹ ਦੇ ਸੈਕਟਰ 16, ਸੈਕਟਰ 32 ਤੇ ਮਨੀ ਮਾਜਰਾ ਹਸਪੀਟਲ 'ਚ ਇਹ ਡਰਾਈ ਰਨ ਟ੍ਰਾਇਲ ਕੀਤਾ ਗਿਆ। ਸੈਕਟਰ 16 ਅਸੀਂ ਖੜੇ ਹਾਂ, ਜਿੱਥੇ ਕੋਵਿਡ-19 ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆ ਹੈ। ਪੂਰੇ OPD ਦੇ 5th ਫਲੋਰ ਤੇ ਇਹ ਜਿਹੜਾ ਸੈਂਟਰ ਹੈ ਉਹ ਬਣਾਇਆ ਗਿਆ ਹੈ। ਸਟਾਫ ਨਰਸਿਸ ਨੇ, ਜਿਹੜੇ ਡਾਕਟਰਸ ਨੇ, ਜਿਹੜੇ ਹੋਲ ਹੈਲਥ ਵਰਕਰਸ ਨੇ, ਉਹਨਾਂ ਨੂੰ ट्रेन किया गया। कोरोना की वैक्सीन आने से पहले पूरे देश भर में मॉक ड्रिल की जा रही है और ये चेक किया जा रहा है कि जब वैक्सीन आएगी तो किस तरह से मरीजों को वो वैक्सीन वितरित की जाएगी, कैसे उनके ऊपर लगाई जाएगी। तो उसके लिए आज पूरे देश भर में मॉक ड्रिल की गई। उधर दिल्ली ਦੇ ਵਿੱਚ ਡਰਾਈ ਰਨ ਦਾ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਵੱਡਾ ਬਿਆਨ ਸਾਹਮਣੇ ਆਇਆ ਅਤੇ ਉਹਨਾਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਮੁਫਤ ਵੈਕਸੀਨ ਮਿਲੇਗੀ। ਹਾਲਾਂਕਿ ਕੁਝ ਦੇਰ ਬਾਅਦ ਉਹਨਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਸ਼ੁਰੂਆਤ ਦੇ ਵਿੱਚ 3 ਕਰੋੜ ਲੋਕਾਂ ਨੂੰ ਹੀ ਮੁਫਤ ਵੈਕਸੀਨ ਮਿਲੇਗੀ, ਜਿਨ੍ਹਾਂ ਦੇ ਵਿੱਚ ਹੈਲਥ ਵਰਕਰ ਅਤੇ ਫਰੰਟ ਲਾਈਨ ਵਾਰੀਅਰ ਹੋਣਗੇ। ਨਾਲ ਹੀ ਉਹਨਾਂ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ। मेरा देश के लोगों को ये अपील है कि किसी भी अफवाह में ना जाएं। भारत की सरकार प्रधानमंत्री नरेंद्र मोदी जी के नेतृत्व में सारे देश के लोगों को कोविड से हर प्रकार की प्रक्रिया के माध्यम से सुरक्षित रखना चाहती है। वैक्सीन का डेवलपमेंट भी उसी प्रक्रिया में से एक प्रक्रिया है। ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਡਰਾਈ ਰਨ ਖਾਸ ਕਿਉਂ ਹੈ। ਇਸ ਨਾਲ ਟੀਕਾਕਰਨ ਦੀਆਂ ਤਿਆਰੀਆਂ ਦਾ ਪਤਾ ਲੱਗੇਗਾ। ਹਰ ਜ਼ਿਲ੍ਹੇ ਦੇ ਵਿੱਚ ਵੈਕਸੀਨੇਸ਼ਨ ਸੈਂਟਰ ਬਣਾਉਣ ਦੀ ਤਿਆਰੀ ਹੈ। ਵੈਕਸੀਨੇਸ਼ਨ ਲਈ ਆਉਣ ਵਾਲਿਆਂ ਦਾ ਵੈਰੀਫਿਕੇਸ਼ਨ ਜ਼ਰੂਰੀ ਹੈ। ਜਿਨ੍ਹਾਂ ਨੂੰ ਟੀਕਾ ਲੱਗੇਗਾ ਉਹਨਾਂ ਬਾਰੇ ਜਾਣਕਾਰੀ ਇਕੱਠੀ ਹੋਵੇਗੀ। ਕੋਵਿਨ ਐਪਲੀਕੇਸ਼ਨ ਦੇ ਇਸਤੇਮਾਲ ਬਾਰੇ ਪਤਾ ਲੱਗੇਗਾ ਅਤੇ ਸਿਹਤ ਵਿਭਾਗ ਨੂੰ ਕਮੀਆਂ ਦੂਰ ਕਰਨ ਦੇ ਵਿੱਚ ਮਦਦ ਮਿਲੇਗੀ। ਕੁੱਲ ਮਿਲਾ ਕੇ ਵੈਕਸੀਨ ਦੇ ਡਰਾਈ ਰਨ ਨਾਲ ਉਮੀਦ ਬਣੀ ਹੈ ਕਿ ਪੂਰੀ ਦੁਨੀਆ ਨੂੰ ਇਸ ਮਹਾਮਾਰੀ ਤੋਂ ਨਿਜਾਤ ਮਿਲੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਫਰੀਦਾਬਾਦ ਦੇ ਟੋਲ ਪਲਾਜ਼ੇ ਤੋਂ ਆਈਆਂ ਕੁਝ ਤਸਵੀਰਾਂ ਦਿਖਾਉਂਦੇ ਆ। ਫਰੀਦਾਬਾਦ ਵਿੱਚ ਇੱਕ ਟਰੱਕ ਨੇ ਟੋਲ ਪਲਾਜ਼ੇ ਦੇ ਬੂਥ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਬੂਥ ਦੇ ਅੰਦਰ ਬੈਠੇ ਟੋਲ ਕਲੈਕਟਰ ਦੀ ਵਾਲ-ਵਾਲ ਜਾਨ ਬਚੀ। ਘਟਨਾ ਦੀਆਂ ਤਸਵੀਰਾਂ CCTV ਵਿੱਚ ਕੈਦ ਹੋ ਗਈਆਂ। ਟੋਲ ਮੈਨੇਜਰ ਦੇ ਮੁਤਾਬਿਕ ਕਰੀਬ 8 ਲੱਖ ਦਾ ਨੁਕਸਾਨ ਹੋਇਆ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਹੋਰ ਇਹ ਦੋ ਕੈਮਰੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਦੋਂ ਟੋਲ ਪਲਾਜ਼ੇ ਤੋਂ ਟੋਲ ਨਾਕੇ ਤੋਂ ਅੱਗੇ ਲੰਘਿਆ ਟਰੱਕ ਤਾਂ ਪਿੱਛੋਂ ਟੋਲ ਬੂਥ ਨੂੰ ਹੀ ਉਡਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਾਲ-ਵਾਲ ਬਚੀ ਹੈ ਇਸ ਦੇ ਅੰਦਰ ਬੈਠੇ ਸ਼ਖਸ ਦੀ ਜਾਨ। ਹਾਲਾਂਕਿ 8 ਲੱਖ ਦਾ ਨੁਕਸਾਨ ਹੋਇਆ। ਔਰ ਕਿਸ ਤਰ੍ਹਾਂ ਜਾਨ ਬਚੀ ਉਸ ਸ਼ਖਸ ਦੀ ਜਿਹੜਾ ਕਿ ਇਸ ਬੂਥ ਦੇ ਅੰਦਰ ਬੈਠਿਆ ਸੀ, ਉਹ ਵੀ ਤਸਵੀਰਾਂ ਵਿੱਚ ਦੂਜੀ ਤਸਵੀਰ ਵਿੱਚ ਸਾਫ਼ ਵੇਖ ਸਕਦੇ ਹੋ। ਅੱਗੇ ਵਧਿਆ ਜੰਮੂ ਕਸ਼ਮੀਰ ਦੇ ਰਾਜੌਰੀ 'ਚ ਹਰਿਆਣਾ ਦੇ ਝੱਜਰ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨੀ ਗੋਲੀਬਾਰੀ ਝੱਜਰ ਦੇ ਸਾਲਾਵਾਸ ਪਿੰਡ ਦੇ ਨਾਇਬ ਸੂਬੇਦਾਰ
ਰਵਿੰਦਰ ਕੁਮਾਰ ਦੀ ਸ਼ਹਾਦਤ ਦੀ ਖਬਰ ਜਿਵੇਂ ਹੀ ਲੋਕਾਂ ਨੂੰ ਮਿਲੀ, ਪਿੰਡ 'ਚ ਸੋਗ ਦੀ ਲਹਿਰ ਪਸਰ ਗਈ। ਹਰ ਤਰਫ ਮਾਤਮ ਪਸ ਰਿਹਾ ਹੋਇਆ। ਅੱਜ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾ ਸਕਦਾ ਹੈ ਅਤੇ ਅੱਜ ਮ੍ਰਿਤਕ ਦੇਹ ਪਹਿਲਾਂ ਪਹੁੰਚੇਗੀ, ਉਸ ਤੋਂ ਬਾਅਦ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਪਿੰਡ ਵਾਸੀਆਂ ਮੁਤਾਬਕ ਰਵਿੰਦਰ ਨੇ ਕਾਰਗਿਲ ਯੁੱਧ ਦੇ ਦੌਰਾਨ, ਕਾਰਗਿਲ ਦੀ ਜੰਗ ਦੇ ਦੌਰਾਨ ਵੀ ਦੁਸ਼ਮਣਾਂ ਦੇ ਛੱਕੇ ਛੁਡਾਏ ਸਨ। उसका ताऊ का लड़का द्वारा फोन आया था, गुल्लू द्वारा। तुरंत बाद वो फिर मेरे द्वारा आया था, भाई निन्नू बन गई। फिर हम जो है गया अपना साहब पड़ोसी द्वारा, ककावा सिंह द्वारा, उठ जाके बातचीत करी। फिर तो वह सारे टेलीविजन में भी आ गई। तो रविंदर जाखड़ ये शहीद हो रहे जो है कारगिल में भी अच्छी। मौसम के मिजाज की गल करांगे। मनाली च सैलानियों की जान जिहड़ी है फसी हुई सी। प्रशासन ने सारे सैलानियों नूं सुरक्षित कढिया। दरअसल अटल टनल नेड़े 500 के करीब सैलानी फस गए सन अते और ये तस्वीरां तुसीं देख रहे हो किस तरह भारी बर्फबारी अते बारिश हो रही है। येलो अलर्ट जिहड़ा है वो जारी किया गया है हिमाचल प्रदेश अते पंजाब लई भी। हिमाचल प्रदेश विच भारी बर्फबारी की संभावना पहला ही जताई गई सी और किस तरह अटल टनल नेड़े फसे 500 के करीब सैलानी, कई गड्डियां दूर दूर तक फसियां नजर आईयां, जाम लग्या होया सी। प्रशासन ने कड़ी मशक्कत तो बाद रेस्क्यू ऑपरेशन चलाया ते इन्हां नूं सुरक्षित थावां ते पहुंचाया। और ये बारिश नहीं बर्फ पै रही सी। सो पहाड़ां ते बर्फबारी का दौर जारी, जिस नाल मैदानी इलाकों में भी ठंड वध चुकी है। लाहौल स्पीति च रुक रुक के बर्फ पैण का सिलसिला जारी है। कई थावां ते 1 तो 1.5 इंच तक बर्फबारी हो चुकी। समुचा इलाका ठंड की जकड़ विच आ गया ते लोग अपने घरां च बंद होने लई मजबूर ने। सड़कां ते थां थां बर्फबारी होने कारण रास्ते बंद हो चुके ने, आवाजाही ठप है। हालांकि इस बर्फबारी नाल किसान अते बागवान खुश नजर आ रहे। कोविड-19 महामारी ने आपसी निर्भरता की भावना ਨੂੰ ਮਜ਼ਬੂਤ ਕੀਤਾ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਏਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ, ਜਿਸ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ ਅਤੇ ਨੈਟਵਰਕ 18 ਇਸ ਮੁਹਿੰਮ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਏਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੁੰਦੇ ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਏਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।